ਆਪਾਂ ਗੱਲ ਕਰ ਰਹੇ ਸੀ ਜੋਗਾ ਸਿੰਘ ਜੋਗੀ ਜੀ ਦੀ ਲੇਖਣੀ ਬਾਰੇ। ਧਾਰਮਿਕ ਤੇ ਲਿਖਿਆ ਹੀ ਲਿਖਿਆ, ਸਿੱਖ ਇਤਿਹਾਸ ਦੀ ਉਹਨਾਂ ਨੇ ਜਿੰਨੀ ਖੋਜ ਕੀਤੀ ਹੈ, ਮੇਰੇ ਖਿਆਲ ਸੋਹਣ ਸਿੰਘ ਜੀ ਸੀਤਲ ਤੋਂ ਬਾਅਦ ਹੋਰ ਕਿਸੇ ਇਤਿਹਾਸਕਾਰ ਨੇ ਨਹੀਂ ਕੀਤੀ। ਜਿੱਥੋਂ ਤਰੀਕਾਂ ਤੱਕ ਇਤਿਹਾਸ ਦੇ ਵਿੱਚ ਜਿੰਨੇ ਵੀ ਸਾਡੇ ਕਾਂਡ ਹੋਏ ਨੇ, ਇਤਿਹਾਸ ਦੇ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ, ਸਾਰਿਆਂ ਨੂੰ ਤਰੀਕਾਂ ਸਮੇਤ ਪੇਸ਼ ਜਿਹੜਾ ਕੀਤਾ ਜੋਗੀ ਸਾਹਿਬ ਨੇ ਇੰਨੀ ਡੂੰਘਾਈ ਦੇ ਨਾਲ ਅਧਿਐਨ ਕਰਕੇ, ਉਹ ਤੁਸੀਂ ਸਾਰੇ ਰੰਗ ਕੀਤੇ ਨੇ। ਜੋਗਾ ਸਿੰਘ ਜੋਗੀ ਜੀ ਨੇ ਧਾਰਮਿਕ ਵਿਸ਼ੇ ਤੋਂ ਬਾਹਰ ਜਾ ਕੇ, ਸਿੱਖ ਇਤਿਹਾਸ ਦੀ ਖੋਜ ਤੋਂ ਬਾਹਰ ਜਾ ਕੇ ਹੋਰ ਵਿਸ਼ਿਆਂ 'ਤੇ ਵੀ ਬਹੁਤ ਕਵਿਤਾਵਾਂ ਲਿਖੀਆਂ ਨੇ। ਉਹਨਾਂ ਦੇ ਵਿੱਚੋਂ ਕੋਈ ਕਵਿਤਾ ਜਿਹੜੀ ਆ, ਉਹ ਕਿਸੇ ਕਵਿਤਾ ਦਾ ਜ਼ਿਕਰ ਕਰਨਾ ਚਾਹੋਗੇ ਜਾਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ। ਉਹ ਲਿਖਿਆ ਤੇ ਬਹੁਤ ਕੁਝ ਉਹਨਾਂ ਨੇ, ਹਰ ਵਿਸ਼ੇ ਤੇ ਉਹਨਾਂ ਨੇ ਹਰ ਵਿਸ਼ੇ ਤੇ ਲਿਖਿਆ। ਦਾਜ ਤੇ ਲਿਖਿਆ, ਨਸ਼ੇ ਤੇ ਲਿਖਿਆ ਜੀ। ਫਿਰ ਪਹਿਲਾਂ ਉਹਨਾਂ ਨੇ ਜਿੱਦਾਂ ਇਨਕਲਾਬ ਆਇਆ, ਹਰਾ ਇਨਕਲਾਬ ਕਿਸਾਨੀ ਦਾ, ਉੱਤੇ ਵੀ ਲਿਖਿਆ ਮੈਂ ਹਾਂ ਮਰਦ ਪੰਜਾਬ ਦਾ ਹਾਲੀ ਅੰਨ ਦਾ ਕਾਲ ਮਕਾਉਣਾ। ਜੀ ਜੀ ਜੀ। ਯੁੱਗ ਸਾਇੰਸ ਦਾ ਸਿਆਣਪ ਦੀ ਰੂਹ ਆਖੇ ਦੱਬ ਪਾਏਗਾ ਰੱਜ ਕੇ ਖਾਏਗਾ ਤੂੰ, ਤੇ ਮੈਂ ਹਾਮੀ ਆ ਖੁਸ਼ਹਾਲੀ ਦਾ, ਜੈ ਦੇਸ਼ ਦੀ ਮੇਰਾ ਨਾਰਾ ਹੈ। ਇਹ ਤੇ ਇੱਕ ਮਿਸ਼ਨ ਆ ਉਹਨਾਂ ਦੇ। ਕੀ ਚਾਹੁੰਦੇ ਸੀ, ਕੀ ਮਤਲਬ ਕਿਹੋ ਜਿਹਾ ਸਮਾਜ ਸਾਡਾ ਹੋਣਾ ਚਾਹੀਦਾ। ਅਨਪੜ੍ਹਤਾ ਤੇ ਉਹਨਾਂ ਦੀ ਇੱਕ ਬੜੀ ਖੂਬਸੂਰਤ ਕਵਿਤਾ ਉਹਨਾਂ ਨੇ ਲਿਖੀ ਸੀਗੀ। ਹਾਂ, ਵਿਦਿਆ ਬਾਰੇ ਬਹੁਤ ਉਹਨਾਂ ਨੇ ਜੀ, ਕਿਉਂਕਿ ਉਸ ਜ਼ਮਾਨੇ ਦੇ ਵਿੱਚ, ਜਿਹੜੇ ਜ਼ਮਾਨੇ ਦੇ ਵਿੱਚ ਗੱਲ ਕਰ ਰਹੇ ਨੇ ਭਾਜੀ 47 ਤੋਂ ਲੈ ਕੇ 50-60 ਦੇ, ਉਦੋਂ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਹੀ ਕਿਤੇ ਕਿਸਮਤ ਨਾਲ ਪੜ੍ਹਦਾ। ਬਿਲਕੁਲ ਬਿਲਕੁਲ। ਉਦੋਂ ਉਹਨਾਂ ਨੇ ਵਿਦਿਆ ਦੀ ਗੱਲ ਕੀਤੀ ਕਿ ਜਿਹੜੇ ਪੜ੍ਹੇ ਲਿਖੇ ਦੇਸ਼ ਨੇ ਉਹਨਾਂ ਨੇ ਕਿੰਨੀ ਤਰੱਕੀ ਕੀਤੀ ਹੈ। ਉਹ ਆਕਾਸ਼ੀ ਵਿਦਿਆ ਲਾ ਰਹੀ ਉਡਾਰੀ, ਪੜ੍ਹੇ ਲਿਖੇ ਕਿਸੇ ਦੇਸ਼ ਵਿੱਚ ਨਹੀਂ ਬੇਰੁਜ਼ਗਾਰੀ, ਟੀਕੇ ਦੇ ਵਿੱਚ ਭਰ ਲੀਆਂ ਵਿਦਿਆ ਨੇ ਅੱਖਾਂ, ਇਦਾਂ ਕਰਕੇ ਬੜਾ ਉਹਨਾਂ ਨੇ। ਜੀ ਜੀ ਜੀ। ਅੱਛਾ, ਉਹਨਾਂ ਦੀ ਇੱਕ ਕਵਿਤਾ ਬਹੁਤ ਹੀ ਜਿਹੜੀ ਤੁਹਾਡੀ ਉਹਨਾਂ ਦਿਨਾਂ ਦੇ ਵਿੱਚ ਪਾਪੂਲਰ ਹੋਈ, ਔਰ ਉਸ ਤੁਹਾਡੀ ਉਸ ਤਰਜ਼ ਦੇ ਉੱਤੇ ਉਸ ਕਵਿਤਾ ਦੀ ਨਕਲ ਕਰਕੇ ਹੋਰ ਵੀ ਉਸ ਜ਼ਮਾਨੇ ਦੇ ਵਿੱਚ ਬੜੇ ਲੋਕਾਂ ਨੇ ਉਸ ਨੂੰ ਗਾਉਣ ਦੀ ਕੋਸ਼ਿਸ਼ ਕੀਤੀ। ਆਓ ਚੰਦ ਉੱਤੇ ਹਲ ਵਾਹੁਣ ਲਈ ਜੱਟਾਂ ਨੇ ਹਿੰਮਤ ਕੀਤੀ ਹੈ। ਉਹ ਕਵਿਤਾ ਮੈਂ ਚਾਹੂੰਗਾ ਕਿ ਤੁਸੀਂ ਸੰਗਤਾਂ ਦੇ ਰੂਬਰੂ ਕਰੋ। ਉੱਠ ਬੱਲਿਆ ਹੋ ਸੰਭਾਲ ਜਰਾ, ਉੱਠ ਰਲ ਤੁਰ ਵੀਰਾਂ ਨਾਲ ਜਰਾ, ਤੂੰ ਵੀ ਕਰਕੇ ਦੱਸ ਕਮਾਲ ਜਰਾ, ਉਹ ਦੂਰ ਗਏ ਸਾਥੀ ਤੇਰੇ, ਓ ਚੰਦਰਮਾ ਤੇ ਪਹੁੰਚ ਗਏ ਕਈ ਬੱਲਿਆ ਸਾਥੀ, ਕਈ ਸ਼ਿੰਦਿਆ ਹਾਣੀ ਤੇਰੇ, ਤੱਕ ਕਿਵੇਂ ਬਹਾਰਾਂ ਆਈਆਂ ਨੇ, ਅਕਲਾਂ ਨੇ ਹੱਦਾਂ ਮਕਾਈਆਂ ਨੇ, ਤੱਕ ਕਿਵੇਂ ਬਹਾਰਾਂ ਆਈਆਂ ਨੇ, ਅਕਲਾਂ ਨੇ ਹੱਦਾਂ ਮਕਾਈਆਂ ਨੇ, ਭਾਈਆਂ ਨਾਲ ਰਲ ਕੇ ਭਾਈਆਂ ਨੇ ਕੋਈ ਪਿਆਰ ਸਰਾਹੀ ਪੀਤੀ ਐ, ਓ ਚੰਦ ਉੱਤੇ ਹਲ ਵਾਹੁਣ ਲਈ ਜੱਟਾਂ ਨੇ ਹਿੰਮਤਾਂ, ਮਰਦਾਂ ਨੇ ਮਿਹਨਤ ਕੀਤੀ ਐ, ਮੰਜ਼ਿਲ ਥੋੜੀ ਐ ਮਾਗੀ ਤੋਂ ਪਹਿਲਾਂ ਲੋੜੀ ਐ, ਕੁਝ ਵਾਗ ਸਮੇਂ ਨੇ ਮੋੜੀ ਐ ਤੇ ਮਾਰ ਖੁਸ਼ੀ ਵੱਲ ਫੇਰੇ, ਓ ਚੰਦਰਮਾ ਤੇ ਪਹੁੰਚ ਗਏ ਕਈ ਬੱਲਿਆ ਸਾਥੀ, ਕਈ ਸ਼ਿੰਦਿਆ ਹਾਣੀ ਤੇਰੇ, ਓ ਧਾਰ ਬੰਬੀ ਦੀ ਪੈਂਦੀ ਐ ਹੱਸ ਹੱਸ ਕੇ ਤੈਨੂੰ ਕਹਿੰਦੀ ਐ, ਤੇਰੇ ਕੰਮ 'ਚ ਕਸਰ ਕਿਉਂ ਰਹਿੰਦੀ ਐ, ਹੁਣ ਛੱਡ ਦੇ ਨੀਤ ਬਦਨੀਤੀ ਐ, ਓ ਚੰਦ ਉੱਤੇ ਹਲ ਵਾਹੁਣ ਲਈ ਜੱਟਾਂ ਨੇ ਹਿੰਮਤਾਂ, ਮਰਦਾਂ ਨੇ ਮਿਹਨਤ ਕੀਤੀ ਐ, ਚਾਹੁੰਨਾ ਕਾਰ ਹੋਵੇ ਜੇ ਚਾਹੁੰਨਾ ਬਾਗ ਬਹਾਰ ਹੋਵੇ, ਤਾਂ ਨੇਕ ਤੇਰੀ ਸਰਕਾਰ ਹੋਵੇ, ਉੱਠ ਤੋੜ ਪਾਪ ਦੇ ਖੇਰੇ, ਓ ਚੰਦਰਮਾ ਤੇ ਪਹੁੰਚ ਗਏ ਕਈ ਬੱਲਿਆ ਸਾਥੀ, ਕਈ ਸ਼ਿੰਦਿਆ ਹਾਣੀ ਤੇਰੇ, ਹਿੰਮਤ ਕਰ ਅਕਲਾਂ ਜਿੱਤ ਦੀਆਂ, ਮੁੱਕ ਜਾਣ ਮੁਸ਼ਕਲਾਂ ਨਿੱਤ ਦੀਆਂ, ਕਰ ਖੁਸ਼ੀਆਂ ਆਪਣੇ ਚਿੱਤ ਦੀਆਂ, ਧਰਤੀ ਤੇ ਕਰਤਾ ਤੇਰੇ, ਓ ਚੰਦਰਮਾ ਤੇ ਪਹੁੰਚ ਗਏ ਕਈ ਬੱਲਿਆ ਸਾਥੀ, ਕਈ ਮਰਦਿਆ ਹਾਣੀ ਤੇਰੀ। ਵਾਹ ਜੀ ਵਾਹ। ਕਿਸਾਨ ਨੂੰ ਸੰਬੋਧਨ ਕਰਕੇ ਜਦੋਂ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਹਰੀ ਕ੍ਰਾਂਤੀ ਦੀ, ਤੇ ਉਦੋਂ ਕਿਸਾਨ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੇ, ਕਹਿਣ ਦਾ ਮਤਲਬ ਉਹਨਾਂ ਨੇ ਸਮਾਜ ਦੇ ਕਿਸੇ ਵੀ ਸਬਜੈਕਟ ਨੂੰ ਨਹੀਂ ਛੱਡਿਆ ਜਿਹਦੇ ਤੇ ਉਹਨਾਂ ਨੇ ਨਹੀਂ ਲਿਖਿਆ। ਇਹ ਨਹੀਂ, ਧਾਰਮਿਕ ਉਹਨਾਂ ਨੇ ਲਿਖਿਆ, ਸਿੱਖ ਇਤਿਹਾਸ ਦੀ ਖੋਜ ਕੀਤੀ, ਲੇਕਿਨ ਧਾਰਮਿਕ ਕੱਟੜਤਾ ਦੇ ਵਿੱਚ ਨਾ ਪੈ ਕੇ ਉਹਨਾਂ ਨੇ ਸਮਾਜ ਦੇ ਹਰ ਵਿਸ਼ੇ ਨੂੰ ਛੋਹਿਆ। ਔਰ ਸਿਰਫ ਸਿੱਖ ਇਤਿਹਾਸ ਹੀ ਨਹੀਂ, ਉਹਨਾਂ ਨੇ ਦੂਸਰੇ ਧਰਮਾਂ ਦੇ ਬਾਰੇ ਦੇ ਵਿੱਚ ਵੀ ਕਵਿਤਾਵਾਂ ਲਿਖੀਆਂ ਨੇ ਉਹਨਾਂ ਨੇ। ਇਹਦੇ ਵਿੱਚ ਮੈਂ ਇੱਕ ਤੁਹਾਡੀ ਗੱਲ ਰੁਕਦੀ ਆ ਜੀ। ਇਹ ਜਦੋਂ ਛੰਦ ਲਿਖਿਆ ਤੇ ਬਾਬੇ ਬਕਾਲੇ ਗਾਇਆ ਜੀ, ਇੱਕ ਪੁਰਾਣਾ ਜਿਹਾ ਬੁਲਾਰਾ ਸੀ, ਮਗਰੋਂ ਉੱਠ ਕੇ ਬੋਲਣ ਲੱਗ ਪਿਆ, ਨੁਕਤਾਚੀਨੀ ਕਰਨ ਲੱਗ ਪਿਆ। ਅੱਛਾ। ਕਹਿੰਦਾ ਵੀ ਆ ਕੀ ਜੋਗੀ ਕੀ ਕਰਨ ਲੱਗ ਪਿਆ,
ਅੱਛਾ ਜੀ। ਆਂਦਾ ਵੀ ਬਕੁੰਠ ਵੀ ਲੋਕੀ ਵਾਹ ਦੇਣਗੇ, ਬਕੁੰਠ ਚੰਦਰਮਾ ਨੂੰ ਬਕੁੰਠ ਦੱਸੇ। ਤੇ ਹੁਣ ਜਦੋਂ ਜਾ ਕੇ ਚੰਦਰਮਾ ਤੇ ਲੋਕ ਚਲੇ ਗਏ, ਮਿੱਟੀ ਲੈ ਆਇਆ, ਸਭ ਕੁਝ, ਮਤਲਬ ਉਹ ਇੰਨਾ ਉਹਨਾਂ ਦਾ ਦਿਮਾਗ ਬਰੀਕ ਸੀ। ਆਉਣ ਵਾਲੀ ਗੱਲ ਜਿਹੜੀ ਆ 50 ਸਾਲ ਤੱਕ ਜੋ ਹੋਣ ਵਾਲਾ ਸੀ, ਉਹ ਮਤਲਬ ਪਹਿਲਾਂ ਹੀ ਲੋਕਾਂ ਨੂੰ ਉਹ ਦੱਸ ਜਾਂਦੀ। ਫਿਰ ਲਿਖਣ ਦਾ ਢੰਗ ਏਡਾ ਵਧੀਆ ਵੀ ਗੱਲਾਂ ਬਾਤਾਂ ਵਿੱਚ ਹੀ ਉਹ ਇੱਕ ਕਵਿਤਾ ਮੈਂ ਜ਼ਰੂਰ ਉਹਦੇ ਕੁਝ ਬੰਦ ਕਹਿਣੇ ਚਾਹੁੰਦਾ ਵੀ ਕਿਸਾਨੀ ਕਿੰਨੀ ਰੁਲਦੀ ਆ, ਅੱਜ ਵੀ ਮੰਡੀਆਂ 'ਚ ਰੁਲਦੇ ਆ, ਕਿੰਨਾ ਕੁਝ ਹੁੰਦਾ ਤੇ ਕਿੱਦਾਂ ਦਾ ਵਾਤਾਵਰਨ, ਸਾਡੇ ਰਿਸ਼ਵਤਖੋਰੀ ਕਿੰਨਾ ਕੁਝ ਚੱਲਦੀ ਆ। ਤੇ ਉਹ ਸਿੱਧਾ ਜਿਹਾ ਢੰਗ ਉਹਨਾਂ ਦਾ ਸੀ ਜੀ। ਜ਼ਰੂਰ। ਬੱਸ ਅੱਡੇ ਤੇ ਖਲੋਤਾ ਇੱਕ ਜੱਟ ਸੀ, ਮੇਰੇ ਨਾਲ ਗੱਲੀ ਪੈ ਗਿਆ ਜੀ। ਆਇਆ ਵੇਚ ਕੇ ਮੰਡੀ ਚੋਂ ਝੋਨਾ, ਉਸਨੇ ਸੁਣਾਈ ਵਾਰਤਾ, ਕਹਿੰਦਾ ਜੱਟ ਦਾ ਕੋਈ ਨਹੀਂ ਵਾਲੀ ਜੀ, ਸੁਣੇ ਫਰਿਆਦ ਕੋਈ ਨਾ, ਮਹੀਨਾ ਹੋ ਗਿਆ ਤੁੱਲੇ ਨੇ ਦਾਣੇ, ਪੈਸੇ ਦਾ ਨਹੀਂ ਮੂੰਹ ਵੇਖਿਆ, ਘਰ ਵਾਲੀ ਦੇ ਭਤੀਜੇ ਦੀ ਸ਼ਾਦੀ, ਦਿਨੇ ਰਾਤ ਪੈਂਦੀ ਖਾਣ ਨੂੰ, ਕਹਿੰਦੀ ਨਹੁੰ ਲਈ ਬਣਾਉਣੇ ਵਾਲੇ, ਸੁਣੋ ਸਰਦਾਰ ਸਾਹਿਬ ਜੀ, ਪੈਸੇ ਦਿਓਗੇ ਖਾਦ ਤਾਂ ਮਿਲਣੀ, ਆਖਿਆ ਸੁਸਾਇਟੀ ਵਾਲਿਆਂ, ਹੱਡ ਛਿਲਦੇ ਵੇਖ ਪਟਵਾਰੀ, ਕਲਮ ਦੀ ਛੁਰੀ ਫੇਰ ਕੇ, ਸਿੱਖ ਗਾਰਡ ਤੇ ਦਰੋਗਾ ਬਾਹਮਣ, ਵੇਚ ਗਏ ਜੰਗਲਾਤ ਸਾਰਾ ਹੀ, ਇਸ ਤਰ੍ਹਾਂ ਦੇ ਸ਼ਬਦ ਸੀ ਕੋਈ। ਤਾਰਾਂ ਜੋੜ ਕੇ ਵਿਸਕੀਆਂ ਪੀਂਦਾ, ਬਿਜਲੀ ਦਾ ਨੇਕ ਮਹਿਕਮਾ। ਉਹ ਮਤਲਬ ਇਦਾਂ ਗੱਲਾਂ ਬਾਤਾਂ ਦੇ ਵਿੱਚ ਹੀ ਉਹ ਸਾਰੀ ਗੱਲ ਜਿੱਦਾਂ ਉਹ ਪੇਸ਼ ਕਰ ਜਾਂਦੇ ਸੀ, ਉਹਨਾਂ ਕਹਿਣ ਦਾ ਢੰਗ ਇਦਾਂ ਪੂਰੀ ਕਹਾਣੀ ਜਿੱਥੇ ਵੀ ਹੈ। ਅੱਛਾ, ਫਿਰ ਜਦੋਂ ਗੱਲ ਚੱਲਦੀ ਹੈ ਮੇਰੇ ਖਿਆਲ 65 ਦੀ ਜੰਗ ਜਾਂ 71 ਦੀ ਜੰਗ ਦੇ ਵਿੱਚ, ਜਦੋਂ ਪੂਰੀ ਦੁਨੀਆ ਜੇ ਉਸ ਤੋਂ ਪਹਿਲਾਂ ਪੂਰੀ ਵਰਲਡ ਵਾਰ ਜਦੋਂ ਲੱਗਦੀ ਹੈ 1942 ਦੇ ਵਿੱਚ, ਉਹਨਾਂ ਸਾਰੀਆਂ ਚੀਜ਼ਾਂ ਨੂੰ ਜੋਗਾ ਸਿੰਘ ਜੋਗੀ ਜੀ ਨੇ ਫੀਲ ਕਰਕੇ, ਜਦੋਂ ਇੱਕ ਸ਼ਾਂਤੀ ਵਾਲਾ ਉਹਨਾਂ ਦੀ ਕਵਿਤਾ ਬੜੀ ਜਿਹੜੀ ਐਟਮ ਸ਼ਕਤੀ ਦੇਵੇ ਕੰਮ ਮਸ਼ੀਨਾਂ 'ਚ, ਬਣੇ ਬਰੂਦ ਦੀ ਰੂੜੀ ਪਵੇ ਜ਼ਮੀਨਾਂ 'ਚ, ਉਹ ਇਹੋ ਜਿਹੀਆਂ ਗੱਲਾਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਉਪਦੇਸ਼ ਦੇਣ ਵਾਲੀਆਂ ਕਵਿਤਾਵਾਂ ਜਿਹੜੀਆਂ ਉਹਦੀ ਜਿਹੜਾ ਹੈਡਿੰਗ ਸੀ ਉਹ ਕਵਿਤਾ ਦਾ ਸੀ, ਮਿਹਰ ਕਰੇ ਤਾਂ ਦੁਨੀਆ ਨਵੀਂ ਮਿਸਾਲ। ਜੀ। ਇਹ ਗਾਉਂਦੇ ਜੋਗੀ ਕਿਤਾਬ ਛਪੀ, ਇੱਕ ਜੋਗੀ ਦੀਆਂ ਟਾਰਾਂ ਆਈ, ਉਹਦੇ ਵਿੱਚ ਕਿਤਾਬ ਨਹੀਂ, ਇਹ ਪਹਿਲਾਂ ਛਪ ਗਈ ਸੀ ਜੀ, ਤੇ ਇੱਕ ਆਈ ਬਾਅਦ, ਜੇ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ। ਉਹ ਕਰੋਗੇ ਸੰਗਤ ਨਾਲ ਸਾਂਝੀ ਕਰੋਗੇ? ਤੇ ਉਹ ਜਿਹੜੀ ਆ ਮਿਹਰ ਕਰੇ ਤਾਂ ਦੁਨੀਆ ਨਵੀਂ ਮਿਸਾਲਾਂ, ਉਹਦੇ ਵਿੱਚ ਇੱਕ ਦੋ ਲਾਈਨਾਂ ਆਪਾਂ। ਹਾਂਜੀ ਜ਼ਰੂਰ। ਬਿਨਾਂ ਦੋਸ਼ ਤੋਂ ਲੈਂਦੀ ਇੱਜ਼ਤ ਗਰੀਬਾਂ ਦੀ, ਨੇੜੇ ਹੋ ਕੇ ਸੁਣ ਲੈ ਬਦ ਨਸੀਬਾਂ ਦੀ, ਜੀ ਦਾਤਾ ਨੇੜੇ ਹੋ ਕੇ ਸੁਣ ਲੈ ਬਦ ਨਸੀਬਾਂ ਦੀ। ਤਾਈਓ ਤੇਰੇ ਦਰ ਤੇ ਸੀਸ ਝੁਕਾਵਾਂ ਮੈਂ, ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ, ਜੀ ਦਾਤਾ ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ। ਕੋਈ ਹੈਂਕੜਿਆ ਬੰਦਾ ਕਿਸੇ ਨੂੰ ਮਾਰੇ ਨਾ, ਕੋਈ ਹੈਂਕੜਿਆ ਬੰਦਾ ਕਿਸੇ ਨੂੰ ਮਾਰੇ ਨਾ, ਡੰਗ ਮਾਰ ਨਾ ਨਾਗ ਕੋਈ ਫਨ ਖਲਾਰੇ ਨਾ, ਜੀ ਦਾਤਾ ਡੰਗ ਮਾਰ ਨਾ ਨਾਗ ਕੋਈ ਫਨ ਖਲਾਰੇ ਨਾ। ਉਹ ਸੱਚ ਦੇ ਪੈਰਾਂ ਥੱਲੇ ਨੈਣ ਵਛਾਵਾਂ ਮੈਂ, ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ, ਜੀ ਦਾਤਾ ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ। ਆਤਮ ਸ਼ਕਤੀ ਦੇਵੇ ਕੰਮ ਮਸ਼ੀਨਾਂ 'ਚ, ਐਟਮ ਸ਼ਕਤੀ ਦੇਵੇ ਕੰਮ ਮਸ਼ੀਨਾਂ 'ਚ, ਬਣੇ ਬਰੂਦ ਦੀ ਰੂੜੀ ਪਵੇ ਜ਼ਮੀਨਾਂ 'ਚ, ਜੀ ਦਾਤਾ ਬਣੇ ਬਰੂਦ ਦੀ ਰੂੜੀ ਪਵੇ ਜ਼ਮੀਨਾਂ 'ਚ। ਉਹ ਦੁਖੀ ਦਸੇ ਨਾ ਕੋਈ ਤਾਂ ਸੁਖ ਪਾਵਾਂ ਮੈਂ, ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ, ਜੀ ਦਾਤਾ ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ। ਝਗੜੇ ਮਿਟਜਣ ਸਾਰੇ ਉੱਤਰ ਦੱਖਣ ਦੇ, ਉਹ ਝਗੜੇ ਮਿਟਜਣ ਸਾਰੇ ਉੱਤਰ ਦੱਖਣ ਦੇ, ਖਾਵੇ ਪੁੱਤ ਗਰੀਬ ਦਾ ਪੇੜੇ ਮੱਖਣ ਦੇ, ਜੀ ਦਾਤਾ ਖਾਵੇ ਪੁੱਤ ਕਿਸਾਨ ਦਾ ਪੇੜੇ ਮੱਖਣ ਦੇ। ਢਿੱਡ ਭਰੇ ਤਾਂ ਕਾਨੂੰ ਸ਼ੋਰ ਮਚਾਵਾਂ ਮੈਂ, ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ, ਜੀ ਦਾਤਾ ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ। ਬੰਦੇ ਦੀ ਹਰ ਥਾਂ ਜੈ ਜੈਕਾਰ ਹੋਵੇ, ਪਰ ਜੋਗੀ ਕਿਸੇ ਤੇ ਕਰਜ਼ੇ ਦਾ ਨਾ ਭਾਰ ਹੋਵੇ, ਜੀ ਦਾਤਾ ਜੋਗੀ ਕਿਸੇ ਤੇ ਕਰਜ਼ੇ ਦਾ ਨਾ ਭਾਰ ਹੋਵੇ। ਕਹੇ ਗੁਰਮੁਖ ਰਣਜੀਤ ਤੇਰੇ ਗੁਣ ਗਾਵਾਂ ਮੈਂ, ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ, ਜੀ ਦਾਤਾ ਜੇ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ। ਵਾਹ ਜੀ ਵਾਹ, ਇੱਕ ਸ਼ਬਦ ਜਿਹੜਾ ਕਵਿਤਾ ਦਾ ਵਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਇੰਨੀ ਡੂੰਘਾਈ, ਇੰਨੀ ਬਰੀਕੀ, ਇੰਨੀ ਸੂਖਮਤਾ ਸ਼ਾਇਦ ਜੋਗੀ ਜੀ ਤੋਂ ਬਿਨਾਂ ਹੋਰ ਕੋਈ ਨਹੀਂ ਲਿਖ ਸਕਦਾ। ਉਹਨਾਂ ਦੀ ਇੱਕ ਹੋਰ ਬੜੀ ਪਿਆਰੀ ਕਵਿਤਾ ਜੀ, ਜਿਹਦੇ 'ਚ ਉਹਨਾਂ ਨੇ ਕੁਦਰਤ ਦੀ ਖੂਬਸੂਰਤੀ ਜਿਹੜੀ ਹੈ ਉਹਦਾ ਜ਼ਿਕਰ ਕੀਤਾ, ਜਿਹੜੀ ਮੇਰੇ ਖਿਆਲ ਪ੍ਰਸੰਗ ਬੀਬੀ ਸੁੰਦਰੀ ਦਾ ਪਹਿਲਾ ਕਵਿਤਾ, ਉਹ ਫੁੱਲ ਰੰਗ ਬਰੰਗ ਵਿਚਾਰਾਂ ਦੇ, ਫੁੱਲ ਰੰਗ ਬਰੰਗ ਵਿਚਾਰਾਂ ਦੇ, ਚੀਕਾ ਬਗੀਚਾ ਲਾਉਣਾ ਮੈਂ।
ਉਹ ਹੈ ਤੁਹਾਡੇ ਕੋਲ? ਹਾਂ ਹੋ ਜੂ। ਤੇ ਮੈਂ ਉਹ ਇਹਦੇ ਵਿੱਚ ਗੱਲ ਕਰਨੀ ਸੀ ਇੱਕ, ਜੀ ਜੀ ਆ ਜਿੱਥੇ ਆਪਾਂ ਬੈਠੇ ਆ ਬਾਬਾ ਆਇਆ ਸਿੰਘ ਰਿਆੜਕੀ ਕਾਲਜ, ਜੀ ਜੀ ਇਹ ਕਾਲਜ ਨੂੰ ਚਲਾਉਣ ਵਾਲੇ ਮਹਾਂਪੁਰਸ਼ ਸਨ ਬਾਬਾ ਆਇਆ ਸਿੰਘ ਜੀ, ਉਹ ਭਾਵਨਗਰ ਦੇ ਸਨ ਜੀ ਜੋਗੀ ਸਾਹਿਬ ਵਿੱਚ ਇੱਕ ਸਿਫਤ ਸੀ ਵੀ ਉਹਨਾਂ ਨੇ ਹਰ ਬੰਦੇ ਕੋਲੋਂ ਸਿੱਖਿਆ, ਜੀ ਹਰ ਸ਼ਖਸੀਅਤ ਦੇ ਕੋਲੋਂ ਉਹ ਗ੍ਰਹਿਣ ਕਰਨ ਦਾ ਯਤਨ ਕਰਦੇ ਸੀ, ਜ਼ਿੰਦਗੀ 'ਚ ਧਾਰਨ ਕਰਦੇ। ਜੀ ਉਹਨਾਂ ਨੇ ਗੱਲ ਕਹੀ ਇਹ ਵੀ ਬਾਬਾ ਆਇਆ ਸਿੰਘ ਨੇ ਮੈਨੂੰ ਇੱਕ ਸਿੱਖਿਆ ਦਿੱਤੀ ਸੀ, ਜੀ ਜਿੰਨਾ ਕੰਮ ਕਰ ਸਕਦੇ ਆ ਆਪਣੀ ਜੇਬ ਵੇਖ ਕੇ ਕਰੋ, ਭੁੱਲ ਕੇ ਵੀ ਕਰਜ਼ਾ ਨਾ ਲਿਓ। ਕਰਜ਼ਾ ਚੁਕਾਉਣਾ ਜਿਹੜਾ ਇਹ ਬੜਾ ਔਖਾ ਹੋ ਜਾਂਦਾ, ਇਹ ਕਰਜ਼ੇ ਨੂੰ ਵਿਆਜ ਤੇ ਵਿਆਜ ਅੱਗੇ ਕਈ ਬੰਦੇ ਦੱਬੇ ਮਾਰੇ ਗਏ ਕਰਜ਼ੇ ਨੂੰ, ਤੇ ਉਹ ਫਿਰ ਉਹ ਦਰਦ ਵਾ ਲੋਕਾਂ ਦਾ, ਖਾਸ ਕਰਕੇ ਕਿਸਾਨੀ ਦਾ, ਕਿਸਾਨੀ ਮਰ ਰਹੀ ਆ, ਇਹਨੂੰ ਕਰਜ਼ਾ ਵੀ ਲੈਣਾ ਪੈਂਦਾ। ਜਿਹੜੀ ਤੁਸੀਂ ਲਾਈਨ ਬੋਲੀ ਹੈ, ਜੋਗੀ ਕਿਸੇ ਤੇ ਕਰਜ਼ੇ ਦਾ ਨਾ ਭਾਰ ਹੋਵੇ, ਇਹ ਮਤਲਬ ਉਹਨਾਂ ਦੀ ਜ਼ਿੰਦਗੀ ਚੋਂ ਮਤਲਬ ਲੋਕਾਂ ਦੇ ਦਰਦ ਨੂੰ ਵੀ ਤੇ ਔਰ ਮਹਾਂਪੁਰਸ਼ਾਂ ਦਾ ਬਚਨ ਵੀ ਉਹ ਵੀ ਯਾਦ ਵੀ ਉਹਨਾਂ ਨੇ ਆਹ ਗੱਲ ਕਹੀ ਸੀ। ਤੇ ਉਹਨਾਂ ਦੀ ਕੁਦਰਤ ਨੂੰ ਕੁਦਰਤ ਦੇ ਪ੍ਰੇਮ ਨਾਲ ਜੁੜੀ ਹੋਈ ਇੱਕ ਕਵਿਤਾ, ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ, ਉਹਦੇ ਵਿੱਚ ਉਹਨਾਂ ਨੇ ਕੱਲੇ ਫੁੱਲ ਦੀ ਖੂਬਸੂਰਤੀ ਜਿਹੜੀ ਆ ਉਹਨੂੰ ਚਿੱਤਰਨ ਦਾ ਕੀਤਾ। ਮੇਰੇ ਕਹਿਣ ਦਾ ਮਤਲਬ ਕਿ ਜੇ ਉਹ ਦੁਨੀਆ ਦੇ ਵਿੱਚ ਸ਼ਾਂਤੀ ਦੀ ਗੱਲ ਕਰ ਰਹੇ ਨੇ, ਜੇ ਉਹ ਸਿੱਖ ਇਤਿਹਾਸ ਦੀ ਗੱਲ ਕਰ ਰਹੇ ਨੇ, ਜੇ ਉਹ ਐਟਮ ਸ਼ਕਤੀ ਨੂੰ ਮਸ਼ੀਨਾਂ ਦੇ ਵਿੱਚ ਵਰਤਣ ਦੀ ਗੱਲ ਕਰ ਰਹੇ ਨੇ, ਤੇ ਕੁਦਰਤ ਪ੍ਰੇਮ ਦੀ ਗੱਲ ਵੀ ਕਰ ਰਹੇ ਨੇ। ਉਹ ਕਵਿਤਾ ਜ਼ਰੂਰ ਸੰਗਤਾਂ ਦੇ ਰੂਬਰੂ ਕਰੋ। ਉਹ ਅਸਲ ਵਿੱਚ ਕਵਿਤਾ ਬੜੀ ਪਿਆਰੀ ਕਵਿਤਾ ਸੀ ਉਹਨਾਂ ਦੀ। ਜੀ ਜੀ ਤੇ ਉਹਦੀ ਜਿਹੜੀ ਤਰਜ ਸੀ ਉਹ ਬੜੀ ਵਧੀਆ ਸੀ, ਤਰਜ ਵੀ ਬੜੀ ਪਿਆਰੀ ਹੈ ਜੀ, ਔਰ ਬੋਲ ਵੀ ਬੜੇ। ਤੇ ਉਹ ਜੋਗੀ ਸਾਹਿਬ ਦੀ ਮਨ ਭਾਉਂਦੀ ਉਹ ਕਵਿਤਾ ਸੀ। ਜੀ 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 ਇਹ ਮਤਲਬ ਉਹ ਜਦੋਂ ਕਦੇ ਆਂਦਾ ਮੁਕਾਬਲੇ ਵਾਲੀ ਗੱਲ ਹੋਵੇ ਵੀ ਜਥੇ ਬਹੁਤ ਜ਼ਿਆਦਾ ਇਕੱਠੇ ਹੋਏ ਆ, ਤੇ ਮੈਂ ਕਈ ਵਾਰ ਅਸੀਂ ਸਾਡੀ ਸੋਚ ਹੁੰਦੀ ਆ ਆਪਾਂ ਹੋਰ ਕਈ ਛੰਦ ਦੀ ਚੋਣ ਕਰਦੇ ਆ। ਜੀ ਜੀ ਉਹ ਮੈਨੂੰ ਕਹਿੰਦੇ ਵੀ ਜਦੋਂ ਇਹ ਜੋਬਨ ਫੁੱਲ ਗੁਲਾਬੀ ਦਾ ਤੂੰ ਲਾਉਣਾ ਤੇ ਉਹਦੇ ਦੇਖੋ ਜੀ ਬੋਲ, ਧੁੱਪ ਲੱਗਣ ਤੇ ਜਿਉਂ ਗੁੱਟੇ ਦਾ ਰੰਗ ਚਮਕੇ ਦਮਕਾ ਮਾਰੇ ਜੀ, ਇੱਕ ਬਣੇ ਬਗੀਚਾ ਛੰਦਾਂ ਦਾ ਅੰਬਰ ਜਿਉਂ ਚਮਕਣ ਤਾਰੇ ਜੀ, ਪਲ ਵਿੱਚ ਪਛਾੜਾਂ ਝੂਠੇ ਨੂੰ ਸੱਚੇ ਦਾ ਸੱਚ ਜਿਤਾਉਣਾ ਮੈਂ। ਉਹ ਕਵਿਤਾ ਜ਼ਰੂਰ ਸੰਗਤਾਂ ਦੇ ਰੂਬਰੂ। ਜੋ ਜੋਬਨ ਫੁੱਲ ਗੁਲਾਬੀ ਦਾ ਇੱਕ ਮਹਿਲ ਬਣਾਉਣਾ ਗੱਲਾਂ ਦਾ, ਓ ਆ ਜਾਣ ਹਰ ਖਿਆਲਾਂ ਦੇ ਜੋ ਵੈਣ ਸਮੁੰਦਰੀ ਛੱਲਾਂ ਦਾ, ਬੈਠਣ ਲਈ ਕਾਵ ਪ੍ਰੇਮੀ ਦੇ ਖਿਆਲਾਂ ਦਾ ਫਰਸ਼ ਵਿਛਾਉਣਾ ਮੈਂ, ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਸੋਹਣੀ ਦੀ ਜੈਸੇ ਸੁੰਦਰਤਾ ਲੋ ਜਾਂਦੀ ਐਸੀ ਸ਼ਾਨ ਬਣੇ ਸਚਾਈ ਸ਼ੀਸ਼ੇ ਦੱਸਣ ਪੈ ਗੱਲ ਸੱਚੀ ਜਗ ਦੀ ਜਾਨ ਬਣੇ। ਉਹ ਫੁੱਲ ਰੀਝਾਂ ਹਾਰ ਪਰੋ ਕੇ ਤੇ ਸੰਗਤਾਂ ਦੇ ਗਲ ਵਿੱਚ ਪਾਉਣਾ ਮੈਂ, ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਲੱਗਣ ਤੇ ਜੋ ਗੁੱਟੇ ਦਾ ਰੰਗ ਚਮਕੇ ਦਮਕਾ ਮਾਰੇ ਜੀ, ਇੱਕ ਬਣੇ ਬਗੀਚਾ ਛੰਦਾਂ ਦਾ ਅੰਬਰ ਜੋ ਚਮਕਣ ਤਾਰੇ ਜੀ। ਉਹ ਪਲ ਵਿੱਚ ਪਛਾੜਾਂ ਝੂਠੇ ਨੂੰ ਸੱਚੇ ਦਾ ਸੱਚ ਜਿਤਾਉਣਾ ਮੈਂ, ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਹੱਸੇ ਪਈ ਕੁਦਰਤ ਕਾਦਰ ਦੀ ਹੁਲ ਟੈਕਣ ਅਜਬ ਬਹਾਰਾਂ ਦੇ ਦਿਲ ਮਹਿਕ ਬਣੇ ਕਸਤੂਰੀ ਦੀ ਕੱਟ ਦੇਵਾਂ ਰੋਗ ਬਿਮਾਰਾਂ ਦੇ। ਗੁਲ ਦਸਤਾ ਬਣ ਜੇ ਹਾਸੇ ਦਾ ਰੱਬ ਤੋਂ ਨਹੀਂ ਭੇਦ ਛਪਾਉਣਾ ਮੈਂ, ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਕਵਿਤਾ ਦੀਆਂ ਨਦੀਆਂ ਤਰਕੇ ਤੇ ਕਵਿਤਾ ਦੀਆਂ ਨਦੀਆਂ ਤਰਕੇ ਤੇ ਲੱਗ ਜਾਵਾਂ, ਦਿਲ ਮਨ ਦੇ ਸੁਲਝੇ ਸ਼ਹਿਰਾਂ ਦਾ, ਦਿਲ ਮਨ ਦੇ ਸੁਲਝੇ ਸ਼ਹਿਰਾਂ ਦਾ, ਲੱਗ ਕੰਨੇ ਦੀ ਨਾ ਘਾਟ ਰਹੇ ਸੱਚ ਆਖਾਂ ਮੈਨੂੰ ਪਤਾ ਨਹੀਂ ਮਜਨੂ ਦੀ ਕਿੰਨੀ ਵਾਟ ਰਹੇ। ਕਵਿਤਾ ਦੀ ਵਾਟ ਮੁੱਕ ਦਸੇ ਕਰ ਮੇਰ ਤੇ ਪੰਧ ਮਕਾਉਣਾ ਮੈਂ, ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਜੇ ਸਭਾ ਤੇਰੀ ਮੇਰ ਹੋਵੇ, ਜੇ ਦਾਤਾ ਤੇਰੀ ਮੇਰ ਹੋਵੇ, ਪਾਪੀ ਤੋਂ ਅਦਲ ਕਰਾ ਦੇਵੇਂ, ਪਰ ਪੁੱਠੀ ਨਿਗਾਹ ਕਰੇ ਜੇ ਤੂੰ ਸ਼ੇਰਾਂ ਨੂੰ ਕਾਸ ਚਰਾ ਦੇਵੇਂ। ਉਹ ਤਾਂ ਪੁੱਜੂਗਾ ਜੇ ਮੰਨੇਗਾ ਐਵੇਂ ਨੀ ਸੀਸ ਝੁਕਾਉਣਾ ਮੈਂ, ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ। ਗੌਣੀ ਸਰਦਾਰ ਤੇ ਗੁਰਮੁਖ ਦੀ ਗੌਣੀ ਦਲਬੀਰੇ, ਗੁਰਮੁਖ ਦੀ ਪਿੰਡ ਪਿੰਡ ਵਿਚਾਰਾਂ ਬਣ ਜਾਵੇ ਗੱਲ ਲਿਖੇ
ਕਲਮ ਜੋ ਜੋਗੀ ਦੀ ਕਵੀਆਂ ਦੀਆਂ ਟਾਰਾਂ ਬਣ ਜਾਵੇ। ਗੱਲ ਕਰਨੀ ਐ ਅਸਲੀ ਅੰਦਰ ਦੀ, ਗੱਲ ਕਰਨੀ ਐ ਅਸਲੀ ਅੰਦਰ ਦੀ, ਐਵੇਂ ਨੀ ਸੀਸ ਝੁਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ, ਜੀ ਕਾਵ ਬਗੀਚਾ ਲਾਉਣਾ ਮੈਂ। ਗੱਲ ਕਰਨੀ ਆ ਅਸਲੀ ਅੰਦਰ ਦੀ, ਐਵੇਂ ਨਹੀਂ ਭੇਖ ਵਿਖਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ, ਜੀ ਕਾਵ ਬਗੀਚਾ। ਵਾਹ ਜੀ ਵਾਹ। ਦਿਲ ਮਨ ਜੇ ਸੁਲਝੇ ਸ਼ਾਇਰਾਂ ਦਾ, ਲੱਗ ਕੰਨੇ ਦੀ ਨਾ ਘਾਟ ਰਹੇ। ਔਰ ਲੱਗ ਕੰਨੇ ਦੀ ਤੇ ਕੀ ਘਾਟ ਰਹਿਣੀ ਹੈ ਜੀ। ਜੋਗੀ ਸਾਹਿਬ ਦੇ ਇੱਕ ਇੱਕ ਸ਼ਬਦ ਦੇ ਵਿੱਚੋਂ ਇੱਕ ਇੱਕ ਸ਼ਬਦ ਦਾ ਜੇ ਵਿਸਥਾਰ ਕਰੀਏ ਤੇ ਉਹਦੇ ਤੇ ਇੱਕ ਪੂਰੀ ਕਵਿਤਾ, ਇੱਕ ਪੂਰਾ ਆਪਾਂ ਕਹਿ ਸਕਦੇ ਹਾਂ ਚੈਪਟਰ ਬਣ ਸਕਦਾ ਹੈ। ਦਿਲ ਮਨ ਜੇ ਸੁਲਝੇ ਸ਼ਾਇਰਾਂ ਦਾ, ਲੱਗ ਕੰਨੇ ਦੀ ਨਾ ਘਾਟ ਰਹੇ। ਸੱਚ ਆਖਾਂ ਮੈਨੂੰ ਪਤਾ ਨਹੀਂ ਮਜਨੂ ਦੀ ਕਿੰਨੀ ਵਾਟ ਰਹੇ। ਕਵਿਤਾ ਦੀ ਵਾਟ ਅਮੁੱਕ ਦਿਸੇ, ਕਰ ਮਿਹਰ ਤੇ ਪੰਧ ਮਕਾਉਣਾ ਮੈਂ, ਫੁੱਲ ਰੰਗ ਬਰੰਗ ਵਿਚਾਰਾਂ ਦੇ, ਜੀ ਕਾਵ ਬਗੀਚਾ ਲਾਉਣਾ ਮੈਂ। ਦੇਖੋ ਜੋਗੀ ਸਾਹਿਬ ਨੇ ਜਿੰਨਾ ਵੀ ਲਿਖਿਆ ਹੈ, ਉਹਨਾਂ ਦੀ ਹਰ ਕਵਿਤਾ ਦੇ ਵਿੱਚ ਇੱਕ ਵੱਖਰਾ ਸਬਜੈਕਟ, ਇੱਕ ਵੱਖਰੀ ਸੋਚ, ਇੱਕ ਵੱਖਰੀ ਭਾਵਨਾ, ਇੱਕ ਵੱਖਰਾ ਥੀਮ ਉਹਨਾਂ ਦੀ ਕਵਿਤਾ ਦੇ ਵਿੱਚੋਂ, ਉਹਨਾਂ ਦੇ ਇੱਕ ਇੱਕ ਬੋਲ ਦੇ ਵਿੱਚੋਂ ਤੁਸੀਂ ਕੱਢ ਸਕਦੇ ਹੋ। ਇੱਕ ਯਾਦ ਆ ਗਿਆ ਮੈਨੂੰ ਭਾਜੀ, ਜਦੋਂ ਮੱਸੇ ਰੰਗੜ ਦਾ ਪੂਰਾ ਮੈਨੂੰ ਕਪਾਓਗੇ ਮੇਰਾ ਜ਼ੋਰ। ਮੱਸੇ ਰੰਗੜ ਦਾ ਜਦੋਂ ਪ੍ਰਸੰਗ ਆਪਾਂ ਸੁਣਦੇ ਆ, ਆਪਾਂ ਗੱਡੀ 'ਚ ਅਕਸਰ ਮੇਰੀ 'ਚ ਜੋਗੀ ਸਾਹਿਬ ਹੀ ਲੱਗੇ ਹੁੰਦੇ ਆ। ਜਦੋਂ ਵੀ ਲੌਂਗ ਰੂਟ ਤੇ ਆਪਾਂ ਕਿਤੇ ਵੀ ਜਾ ਰਹੇ, ਬੇਸ਼ੱਕ ਆਪਾਂ ਕਿਸੇ ਦੂਸਰੇ ਕਲਾਕਾਰ ਦੇ ਇੰਟਰਵਿਊ ਕਰਨ ਜਾ ਰਹੇ ਹਾਂ, ਲੇਕਿਨ ਸਾਡੇ ਕਵਿਸ਼ਰੀ ਲੱਗੀ ਹੁੰਦੀ ਹੈ। ਮੱਸੇ ਰੰਗੜ ਦਾ ਜਦੋਂ ਪ੍ਰਸੰਗ ਆ, ਮੱਸੇ ਰੰਗੜ ਦੇ ਪ੍ਰਸੰਗ ਦੇ ਵਿੱਚ ਜਦੋਂ ਸੁੱਖਾ ਸਿੰਘ ਮਹਿਤਾਬ ਸਿੰਘ ਦਰਬਾਰ ਸਾਹਿਬ ਦੇ ਵਿੱਚ ਪਹੁੰਚਦੇ ਆ, ਉਹ ਮਨ ਦੇ ਵਿੱਚ ਕੀ ਸੋਚਦੇ ਆ। ਉਹ ਜਿਹੜੀ ਕਵਿਤਾ ਮਿਰਗ ਚਾਲ ਦਾ ਛੰਦ, ਮਿਰਗ ਚਾਲ ਦਾ ਕਵਿਤਾ, ਮਿਰਗ ਚਾਲ ਦਾ ਕਵਿਤਾ, ਇੱਕ ਇੱਕ ਲਾਈਨ ਆ ਉਹਦੀ ਪੜ੍ਹ ਕੇ ਬੰਦੇ ਨੂੰ, ਜਿਵੇਂ ਉਹਦੇ 'ਚ ਲਾਈਨ ਆ, ਤਾਜੇ ਮੁੰਨੇ ਸਿਰ ਉੱਤੇ ਪੋਲਾ ਪੋਲਾ ਹੱਥ ਫੇਰੇ, ਉਹੀ ਹੱਥ ਵੇਸਵਾ ਨੂੰ ਲਾਈ ਜਾਵੇ ਚੌਧਰੀ। ਇਹੋ ਜਿਹੀਆਂ ਚੀਜ਼ਾਂ ਜਦੋਂ ਅਸੀਂ ਸੁਣਦੇ, ਮੇਰੇ ਕਹਿਣ ਦਾ ਮਤਲਬ ਆ ਜਿਹੜੀ ਨਵੀਂ ਪੀੜ੍ਹੀ ਦੇ ਵਿੱਚੋਂ ਜਾਂ ਜਿਹੜੇ YouTube ਨਾਲ ਜੁੜੇ ਨੇ, ਜਿਹੜੇ ਕਵਿਸ਼ਰੀ ਨਹੀਂ ਸੁਣਦੇ, ਜਿਨ੍ਹਾਂ ਨੇ ਕਦੀ ਜੋਗੀ ਸਾਹਿਬ ਨੂੰ ਸੁਣਿਆ ਹੀ ਨਹੀਂ, ਇੱਕ ਵਾਰੀ ਜਦੋਂ ਸੁਣਨਗੇ ਹੋਰ ਕੁਝ ਸੁਣਨਗੇ ਨਹੀਂ, ਮੈਂ ਇਹ ਦਾਅਵਾ ਕਰਦਾ। ਇਹਦੇ ਵਿੱਚ ਮੈਂ ਇਹ ਵੀ ਬੇਨਤੀ ਕਰਦਾ ਵੀ ਜਿਹੜਾ ਇਹ ਮਿਰਗ ਚਾਲ ਦਾ ਕਵਿਤਾ ਨਾ ਜੀ, ਉੱਦਾਂ ਜਿਹੜਾ ਆਮ ਤੌਰ ਤੇ ਜਿਹੜੇ ਕਵੀ ਲਿਖਦੇ ਆ ਨਾ, ਉਹ 4 ਲਾਈਨ ਦਾ ਕਵਿਤ ਹੁੰਦਾ। 4 ਲਾਈਨ ਦਾ, ਜਿੱਦਾਂ ਉਹ ਗਾਉਂਦੇ ਹੁੰਦੇ, ਕਹਿੰਦੇ ਹੁੰਦੇ ਸੀ ਉਹਦਾ ਸੋਹਣ ਸੋਂ ਕੁੱਕੇ ਵਾਲੀ ਦਾ, ਜੀ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਤੇਰੇ ਦਰਬਾਰ ਚੋਂ ਧੂੜੇ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, 5 ਘੁੱਟ ਪੀ ਕੇ ਤੇਰੇ ਬਾਟੋਂ ਪ੍ਰੇਮ ਵਾਲੇ ਮੱਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜਮਾਮਣੇ ਦੀ, ਹਾਸਾ ਛਾਤੀ ਮੂਰੇ ਡਾਵੇ ਤੇਰਾ ਖਾਲਸਾ। ਇਹ 4 ਲਾਈਨ ਦਾ ਹੀ ਕਵਿਤ ਹੁੰਦਾ ਜੀ। ਇਹ ਮਿਰਗ ਚਾਲ ਦਾ ਕਵਿਤ ਵੀ ਜੋਗੀ ਸਾਹਿਬ ਦੀ ਦੇਣ ਆ, ਉਹਨਾਂ ਦੀ ਕਾਢ ਹੈ। ਤੇ ਆ ਮੇਰੀ ਗੱਲ ਵਿੱਚ ਰਹਿ ਗਈ ਜਿਹੜੀ ਆਪਾਂ ਪਹਿਲਾਂ ਛੰਦ ਕਰਿਆ, ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ। ਜੀ ਜੀ ਜੀ, ਇਹ ਜਮਲੇ ਦੀ ਚਾਲ ਆ। ਅੱਛਾ ਜੀ। ਉਹ ਤੋਂ ਹੀ ਉਹਨਾਂ ਨੇ ਕੀਤੀ ਆ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ। ਉਹ ਇਦਾਂ ਦੀਆਂ ਮਤਲਬ ਜਿਹੜੀਆਂ ਵਧੀਆ ਚੀਜ਼ਾਂ ਜਿਹੜੀਆਂ ਉਹਨਾਂ ਨੇ ਪੇਸ਼ ਕੀਤੀਆਂ। ਦੇਖੋ ਜਿਹੜੇ ਢੰਗ ਦੇ ਨਾਲ ਜੋਗੀ ਸਾਹਿਬ ਦੂਸਰੇ ਸਾਹਿਤਕਾਰਾਂ ਦਾ, ਦੂਸਰੇ ਗਾਇਕਾਂ ਦਾ, ਦੂਸਰੇ ਲੋਕਾਂ ਦਾ ਜਿਵੇਂ ਇੰਨਾ ਸਤਿਕਾਰ ਕਰਦੇ ਸੀਗੇ, ਆਮ ਤੌਰ ਤੇ ਉਹ ਦੂਸਰੇ ਕਵੀਆਂ ਦੀਆਂ ਕਵਿਤਾਵਾਂ ਆਪਣੇ ਪ੍ਰਸੰਗਾਂ ਦੇ ਵਿੱਚ ਸੁਣਾਉਂਦੇ ਰਹਿੰਦੇ ਸੀਗੇ। ਜਿਵੇਂ ਇੱਕ ਪ੍ਰਸੰਗ ਦੇ ਵਿੱਚ ਉਹ ਕਹਿੰਦੇ ਨੇ ਕਿ ਨਾਇਬ ਕੋਟੀ ਦੀ ਤਰਜ਼ ਤੇ ਤੁਹਾਨੂੰ ਇਹ ਸੁਣਾਉਂਦੇ ਆ। ਇੱਕ ਖੂਬੀ ਸੀ ਇੱਕ ਉਹਨਾਂ ਦੀ ਖੂਬੀ ਵੀ ਅਸੀਂ ਨਾ, ਸਾਡੇ ਬਹੁਤ ਸਾਰੇ ਲੋਕ ਜਿਹੜੇ ਬੁਲਾਰੇ, ਉਹ ਆਪਣੇ ਤੋਂ ਵੱਧ ਕਿਸੇ ਨੂੰ ਹੋਰ ਥਾਂ ਨਹੀਂ ਦਿੰਦੇ, ਤੇ ਜੇ ਕਿਸੇ ਦੀ ਕਵਿਤਾ ਵੀ ਬੋਲਦੇ ਉਹਦਾ ਨਾਂ ਨਹੀਂ ਲੈਂਦੇ ਜੀ, ਜਾਂ ਉਹ ਮਗਰਲੀਆਂ ਲਾਈਨਾਂ ਛੱਡ ਜਾਂਦੇ ਆ, ਜਾਂ ਉਹਦੀ ਥਾਂ ਆਪਣਾ ਨਾਂ ਭਰ ਲੈਂਦੇ। ਉਹਨਾਂ ਦੀ ਇਹ ਖੂਬੀ, ਜੇ ਕਿਸੇ ਦੇ 2 ਸ਼ਬਦ ਵੀ ਕਹੇ ਨਾ, 2 ਵੀ, ਉਹਨੂੰ ਇੰਨਾ ਵਡਿਆ ਕੇ ਪੇਸ਼ ਕੀਤਾ। ਚਮਨ ਹਰਗੋਬਿੰਦਪੁਰੀ ਦੀ ਮੈਂ ਤੁਹਾਨੂੰ ਕਵਿਤਾ ਪੇਸ਼, ਹਾਸਰਸ ਦਾ ਬਾਦਸ਼ਾਹ, ਉਹਦੇ ਵਰਗਾ ਕਵੀ ਕੋਈ ਨਹੀਂ। ਜੇ ਉਹ ਪਾਰਸ ਦੀ ਗੱਲ, ਮਾਵਾਂ ਠੰਡੀਆਂ ਛਾਵਾਂ ਸੁਣਾਉਂਦੇ ਰਹੇ ਕਰਨੈਲ ਸਿੰਘ ਪਾਰਸ ਦੀ, ਉਹਦੇ ਬਾਰੇ ਕਹਿਣਾ ਇਹਦੋਂ ਪਰ ਇੱਕ ਵਿਸ਼ਰੀ ਕੋਈ ਨਹੀਂਗਾ। ਮਤਲਬ ਉਹਨਾਂ ਦੀ ਖੂਬੀ ਸੀ ਵੀ ਉਹ ਮਾਣ ਦਿੰਦੇ ਸੀ। ਇੱਕ ਹੋਰ ਗੁੰਮਨਾਮ ਕਵੀ ਮੈਂ ਕਹਿ ਸਕਦਾ, ਕਿਉਂਕਿ ਜੋਗੀ ਸਾਹਿਬ ਤੋਂ ਬਿਨਾਂ ਮੈਂ ਉਹਨਾਂ ਦਾ ਹੋਰ ਕਿਤੇ ਜ਼ਿਕਰ ਨਹੀਂ ਸੁਣਿਆ, ਜਿਨ੍ਹਾਂ ਦੀ ਕਵਿਤਾ ਤੁਸੀਂ ਦੇਸ਼ ਦੇ ਫੌਜੀ ਬਾਰੇ ਉਹਨਾਂ ਨੇ ਕਵਿਤਾ ਲਿਖੀ ਸੀ ਕਿ ਸਾਡੀ ਧਰਤ ਉੱਤੇ ਜਿਹੜਾ ਪੈਰ ਰੱਖੇ, ਉਹ ਜੋਗੀ ਸਾਹਿਬ ਦਾ ਸਾਥੀ ਸੀ ਜੀ, ਪਹਿਲਾ ਸਾਥੀ ਬੂੜ ਸਿੰਘ ਫਿਰਤੂ। ਅੱਛਾ ਜੀ, ਜੋਗੀ ਸਾਹਿਬ ਦੇ ਨਾਲ ਗਾਉਂਦੇ ਰਹੇ। ਜੋਗੀ ਸਾਹਿਬ ਦੇ ਨਾਲ ਗਾਉਂਦੇ ਰਹੇ। ਉਹ ਪਹਿਲਾਂ ਜੋਗੀ ਸਾਹਿਬ ਕਾਮਰੇਡ ਰਹੇ ਕਮਿਊਨਿਸਟਾਂ 'ਚ 6-7 ਸਾਲ ਉਹਨਾਂ ਨੇ ਸੇਵਾ ਕੀਤੀ ਆ ਜੀ ਜੀ। ਉਹ ਜਦੋਂ ਕਾਮਰੇਡ ਹੁੰਦੇ ਸੀ ਉਦੋਂ ਨਾਲ ਸਾਥੀ ਸਾਥ ਦਿੰਦਾ ਰਿਹਾ। ਉਹ ਕਿਹੜਾ ਛੰਦ ਆ ਜੀ? ਉਹਦੇ 'ਚ ਵੀ ਤੁਸੀਂ 3 ਕਵੀਸ਼ਰ ਉਹਨੂੰ ਅਲੱਗ-ਅਲੱਗ ਵੱਖਰੇ, ਫਿਰ ਅਸੀਂ ਵੱਖਰੇ ਸ਼ੁਰੂ ਕਰਤਾ ਕਿਉਂਕਿ ਲੰਬਾ ਚੌੜਾ ਚਾਹੁੰਦੀ, ਤੇ ਜੀ ਜੀ ਉਹ ਫਿਰ ਹਰ ਬੰਦਾ ਚਾਹੁੰਦਾ ਵੀ ਮੈਂ ਕਹਿ ਕੇ ਗਾਵਾਂ। ਉਹ ਜੋੜੀ 'ਚ ਥੋੜਾ ਸੈੱਟ ਨਹੀਂ ਬਹਿੰਦਾ, ਤੇ ਉਹਨੂੰ ਫਿਰ ਆਪਾਂ ਇਕੱਲੇ ਉਹ 3 ਜਾਣਿਆਂ ਨੇ, ਕਿਉਂਕਿ ਉਹਦੀ 4 ਲਾਈਨਾਂ ਅਲੱਗ ਨੇ, 2 ਲਾਈਨਾਂ ਫਿਰ ਅਲੱਗ ਨੇ,
ਫਿਰ ਚਾਰ ਅਲੱਗ ਨੇ। ਇਦਾਂ ਜਿਹੜੇ ਪਹਿਲੇ ਸ਼ੇਰ ਹੁੰਦੇ ਸੀ ਇਦਾਂ ਹੁੰਦੇ ਸੀ। ਜੀ। ਜੋਗੀ ਸਾਹਿਬ ਨੇ ਇਹਨੂੰ ਵੀ ਬੈਂਤ ਨੂੰ ਵੀ ਛੰਦ ਦਿੱਤਾ, ਛੰਦ ਦਾ ਜੀ। ਰੂਪ ਦਿੱਤਾ। ਰਾਖਵੀਂ ਟੇਕ, ਸਥਾਈ ਟੇਕ ਜਿਹੜੀ ਆ ਨਾ, ਉਹ ਜੋਗੀ ਸਾਹਿਬ ਨੇ ਬੈਂਤ ਚੁਫਿਰਨਾ ਬੈਂਤ ਇਹਨਾਂ ਲਿਖਣਾ ਸ਼ੁਰੂ ਕੀਤਾ। ਨਹੀਂ ਤੇ ਹੀਰ ਵਾਰਿਸ ਸ਼ਾਹ ਦੇ ਜਦੋਂ ਬੈਂਤ ਲੰਮੇ ਆ ਨਾ, ਇਸ ਤਰ੍ਹਾਂ ਲੰਮੇ ਆਇਆ ਕਰਦੇ, ਜਾਂ ਜਿੱਦਾਂ ਇਹ ਛੰਦ ਵਾ ਚਾਰ ਲਾਈਨਾਂ ਵੱਖਰੀਆਂ, ਮਗਲੀਆਂ ਜੀ, ਦੋ ਜੀ, ਵੱਖਰੀਆਂ, ਜੀ, ਇਦਾਂ ਦੇ ਬੈਂਤ ਚੱਲਦੇ ਸੀ। ਜੋਗੀ ਸਾਹਿਬ ਨੇ ਛੰਦ ਦਾ ਰੂਪ ਚੁਫਿਰਨਾ ਬੈਂਤ ਜਿਹੜਾ, ਉਹ ਵੀ ਜੋਗੀ ਸਾਹਿਬ ਦੀ ਕਾਢ। ਇੱਕ ਜੋਗੀ ਸਾਹਿਬ ਦੀ ਹੋਰ ਦੇਣ ਜਿਹੜੀ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੂੰਗਾ ਕਿ ਜਿਹੜੀਆਂ ਜੋਗੀ ਸਾਹਿਬ ਦੀਆਂ ਕਿਤਾਬਾਂ ਜਦੋਂ ਮਾਰਕੀਟ 'ਚ ਆਉਂਦੀਆਂ ਨੇ, ਉਹਨਾਂ ਨੇ ਹਰ ਛੰਦ ਦੇ ਉੱਪਰ ਬਕਾਇਦਾ ਛੰਦ ਲਿਖਿਆ, ਛੰਦ ਦੀ ਜਿਹੜੀ ਤਰਜ ਲਿਖੀ, ਵਿਧੀ ਕਹਿ ਸਕਦੇ ਆ, ਜਾਂ ਤਰਜ, ਜਾਂ ਉਹਨੂੰ ਲਿਖਣ ਸ਼ੈਲੀ, ਜਿਹੜੀ ਲਿਖਣ ਦਾ ਢੰਗ ਆ, ਉਹ ਲਿਖਿਆ ਹੁੰਦਾ ਜੀ ਇਹ ਕੋਰੜਾ ਛੰਦ ਆ ਜੀ, ਇਹ ਲਹਿਰੀਆ ਛੰਦ ਆ, ਬੰਦ ਛੰਦ ਹੈ, ਜਾਂ ਹੋਰ ਵੀ ਕਈ ਤਰ੍ਹਾਂ ਦੇ। ਉਹਦੇ ਤੋਂ ਉਹਦਾ ਫਾਇਦਾ ਇਹ ਹੋਇਆ ਜੀ ਉਹਨਾਂ ਦੀ ਕਿਤਾਬਾਂ ਛਾਪਣ ਦਾ, ਕਿ ਜਿਹੜੇ ਮੇਰੇ ਵਰਗੇ ਜਿਨ੍ਹਾਂ ਨੇ ਕਵੀਸ਼ਰੀ ਦੇ ਨਾਲ ਕੋਈ ਵਾਹ ਵਾਸਤਾ ਵੀ ਨਹੀਂ, ਜਿਨ੍ਹਾਂ ਨੇ ਸਿਰਫ ਜੋਗੀ ਸਾਹਿਬ ਨੂੰ ਸੁਣ ਕੇ ਹੀ, ਮੇਰੇ ਵਰਗੇ ਇਨਸਾਨ ਵੀ ਪਛਾਣ ਲੈਂਦੇ ਸੀਗੇ ਕਿ ਇਹ ਲਹਿਰੀਆ ਛੰਦ ਹੈ, ਇਹ ਝੋਕ ਹੈ, ਇਹ ਬੈਂਤ ਹੈ। ਤੇ ਇਹ ਬੜੀ ਤਗੜੀ ਜੋਗੀ ਸਾਹਿਬ ਦੀ ਇੱਕ ਦੇਣ ਹੈ ਪੰਜਾਬੀ ਸਾਹਿਤ ਨੂੰ, ਕਹਿ ਸਕਦੇ ਆ ਪੰਜਾਬੀ ਲੋਕਾਂ ਨੂੰ, ਕਿ ਉਹਨਾਂ ਦੀਆਂ ਬਕਾਇਦਾ ਜਿਹੜੀਆਂ ਕਿਤਾਬਾਂ ਮਿਲਦੀਆਂ ਨੇ ਉਹਦੇ ਵਿੱਚ ਪੂਰਾ ਜ਼ਿਕਰ ਛੰਦਬੰਦੀ ਦਾ ਉਹਨਾਂ ਨੇ ਕੀਤਾ। ਇੱਕ ਉਹਨਾਂ ਦਾ ਬੜਾ ਪਪੂਲਰ ਲਹਿਰੀਆ ਛੰਦ ਜਿਹੜਾ ਜੋਗੀ ਸਾਹਿਬ ਅਕਸਰ ਉਹਦੇ ਬਾਰੇ ਜ਼ਿਕਰ ਕਰਦੇ ਹੁੰਦੇ, ਚਲੋ ਖਾਲਸਾ ਜੀ ਅੰਮ੍ਰਿਤਸਰ ਚੱਲੀਏ, ਉਹਦੇ ਬਾਰੇ ਥੋੜਾ ਦਰਸ਼ਕਾਂ ਨੂੰ ਜਾਣਕਾਰੀ ਦੇਵੇ। ਲਹਿਰੀਆ ਛੰਦ ਤੇ ਉਹਨਾਂ ਨੇ ਬਹੁਤ ਲਿਖੇ ਆ। ਹਾਂਜੀ। ਤੇ ਲਹਿਰੀਏ ਜਿਸ ਤਰ੍ਹਾਂ ਉਹ ਗਾ ਜਾਂਦੇ ਸੀ, ਉਦਾਂ ਹਰ ਬੰਦਾ ਗਾ ਵੀ ਨਹੀਂ ਸਕਦਾ। ਚਲੋ ਖਾਲਸਾ ਜੀ ਅੰਮ੍ਰਿਤਸਰ ਚੱਲੀਏ ਜੀ, ਇਹ ਵੀ ਲਹਿਰੀਆ। ਇਹ ਪਹਿਲਾਂ ਤਵੇ 'ਚ ਵੀ ਆਇਆ ਜੀ, ਬਾਅਦ 'ਚ ਕੈਸਟ 'ਚ ਵੀ ਆਇਆ, ਤੇ ਬਾਅਦ 'ਚ ਕੈਸਟ ਵਿੱਚ ਵੀ ਆਇਆ। ਦੋ ਕੈਸਟ ਵਿੱਚ ਤੇ ਬਹੁਤ ਵਾਰ ਆਇਆ, ਕਈ ਕੈਸਟਾਂ ਦੀਆਂ ਆਈਆਂ ਜੀ। ਤੇ ਇਹ ਤੋਂ ਬਿਨਾਂ ਜਿੱਦਾਂ ਦਸ਼ਾਲਿਆਂ ਵਿੱਚ ਜੀ, ਜਰਾ ਰੀਝਾਂ ਲਾ ਕੇ ਬੁਰਕਾ ਬਣਾਉਣਾ ਬੇਲੀਆ, ਇਹ ਵੀ ਲਹਿਰੀਆ। ਜੀ ਜੀ। ਆਹ ਲੈ ਨਾਗਣੀ ਤੂੰ ਹਾਥੀ ਨੂੰ ਭਜਾਉਣਾ ਸੂਰਮਿਆਂ 7500 ਵਿੱਚ, ਇਹ ਵੀ ਲਹਿਰੀਆ। ਤੇ ਜੰਗ ਨੂੰ ਜੁਝਾਰ ਸਿੰਘ ਚੱਲਿਆ, ਟੋਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ, ਇਹ ਵੀ ਲਹਿਰੀਆ। ਉਹ ਜਿਹੜਾ ਉਹ ਭਈ ਵੈਸੇ ਤੇ ਜਿਹੜਾ ਵੀ ਛੰਦ ਗਾਉਂਦੇ ਸੀ ਉਹਨਾਂ ਦੀ ਰੀਸ ਕੋਈ ਨਹੀਂ ਕਰ ਸਕਦਾ, ਪਰ ਲਹਿਰੀਏ ਤੇ ਖਾਸ ਉਹਨਾਂ ਦੀ ਮਹਾਰਤ ਸੀ, ਉਹਨਾਂ ਦਾ ਨਹੀਂ ਲੱਗਦਾ ਕਿ ਕੁਝ ਨਾ। ਅੱਛਾ, ਇੱਕ ਤੁਹਾਡਾ ਜੋਗੀ ਸਾਹਿਬ ਦਾ ਲਿਖਿਆ ਔਰ ਤੁਹਾਡਾ ਛੰਦ ਬੜਾ ਖੂਬਸੂਰਤ ਆਉਂਦਾ ਜੀ, ਕਿ ਜਿਹੜਾ ਅੱਜ ਆਪਾਂ ਗੱਲ ਕਰਦੇ ਹਾਂ ਨੌਜਵਾਨ ਪੀੜ੍ਹੀ ਦੀ, ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ, ਕਿੱਦਾਂ ਦੇ ਗੀਤ ਸੁਣ ਰਹੀ ਹੈ, ਗਲਤ ਪਾਸੇ ਨੂੰ ਜਾ ਰਹੀ ਹੈ। ਮੇਰਾ ਪਰਸਨਲ ਤਜਰਬਾ ਇਹ ਹੈ ਕਿ ਜਦੋਂ ਜੋਗੀ ਸਾਹਿਬ ਨੂੰ ਸੁਣਦੇ ਸੀ, ਅਸੀਂ ਛੋਟੇ ਹੁੰਦੇ, ਜੋਗੀ ਸਾਹਿਬ ਨੂੰ ਸਾਡੇ ਗੁਰਦੁਆਰਾ ਸਾਹਿਬ ਉਹਨਾਂ ਦੇ ਹਨਾ ਲੱਗਣੇ ਤਵੇ ਹੁੰਦੇ ਸੀਗੇ ਉੱਥੇ 2, ਬਾਅਦ 'ਚ ਕੈਸਟਾਂ ਵੀ ਆ ਗਈਆਂ, ਤੇ ਉਹਨਾਂ ਚੀਜ਼ਾਂ ਦਾ ਬੱਚਿਆਂ ਦੇ ਮਨ ਤੇ ਗਾਇਕੀ ਦਾ ਕਿੰਨਾ ਕੁ ਅਸਰ ਆ, ਮੈਂ ਬਹੁਤ ਵੱਡਾ ਅਸਰ ਮੰਨਦਾ, ਕਿਉਂਕਿ ਅਸੀਂ ਜੋਗੀ ਸਾਹਿਬ ਨੂੰ ਸੁਣਿਆ, ਅਸੀਂ ਸਿੱਖ ਇਤਿਹਾਸ ਤੋਂ ਜਾਣੂ, ਸ਼ਾਇਦ ਸਾਡੇ ਪਰਿਵਾਰ ਨੇ ਨਹੀਂ ਸਾਨੂੰ ਕਰਵਾਇਆ, ਸ਼ਾਇਦ ਸਾਡੇ ਵਡੇਰਿਆਂ ਨੇ ਨਹੀਂ ਕਰਵਾਇਆ। ਜੋਗੀ ਸਾਹਿਬ ਦੇ ਪ੍ਰਸੰਗ ਸੁਣ ਕੇ ਅਸੀਂ ਸਿੱਖ ਇਤਿਹਾਸ ਬਾਰੇ ਜਿੰਨਾ ਵੀ ਜਾਣ ਸਕੇ ਹਾਂ, ਉਹ ਜਾਣ ਸਕੇ ਹਾਂ। ਸਿੱਖ ਇਤਿਹਾਸ ਕੀ ਹੈ, ਉਹਨਾਂ ਦੀਆਂ ਕਵਿਤਾਵਾਂ ਨੂੰ, ਉਹਨਾਂ ਦੇ ਪ੍ਰਸੰਗਾਂ ਨੂੰ ਸੁਣ ਕੇ, ਕਈ ਉਹਨਾਂ ਦੇ ਇਹੋ ਜਿਹੇ ਜੋਸ਼ ਦੇਣ ਵਾਲੇ ਜਿਹੜੇ ਤੁਹਾਡੇ ਪ੍ਰਸੰਗ ਆ। ਮੈਂ ਇੱਕ ਪ੍ਰਸੰਗ ਦਾ ਜ਼ਿਕਰ ਕਰਨਾ ਚਾਹੂੰਗਾ, ਹਰੀ ਸਿੰਘ ਨਲੂਆ ਪਾਰਟ 2 ਦੇ ਵਿੱਚ, ਸੀਸ ਲੱਥ ਜਾਵੇ ਸਿੰਘ ਨਹੀਂ ਜ਼ਬਾਨੋਂ ਹਾਰਦੇ, ਇੰਨਾ ਖੂਬਸੂਰਤ ਹੈ। ਔਰ ਸੁਣ ਕੇ ਹਰ ਸਿੱਖ ਨੂੰ, ਜਿਹੜਾ ਵੀ ਸੁਣਦਾ ਉਹਨੂੰ ਪ੍ਰਾਊਡ ਹੁੰਦਾ ਕਿ ਮੈਂ ਸਿੱਖ ਹਾਂ, ਔਰ ਮੈਂ ਉਹਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਣੀ ਜ਼ੁਬਾਨ ਤੋਂ ਨਹੀਂ ਹਾਰਨਾ, ਕਿ ਸਿੱਖ ਦਾ ਪ੍ਰਣ ਹੈ। ਇਹ ਆਪਾਂ ਹੈਗਾ ਇਹਦਾ 2 ਬੋਲ। ਸਾਨੂੰ ਤਾਰੀਖ ਦੱਸਦੀ ਪੁਰਾਣੀ ਐ, ਅਸਾਂ ਦੱਸ ਤੇ ਨਖੇੜ ਦੁੱਧ ਪਾਣੀ ਐ, ਸਾਡੀ ਦੁਨੀਆ ਨੂੰ ਵੱਖਰੀ ਕਹਾਣੀ ਐ, ਉਹਨੂੰ ਪਤਾ ਜਿੰਨੇ ਡਿੱਠੇ ਜੋਰ ਸਾਡੇ ਕੋਲ ਦੇ, ਡੋਲੇ ਧਰਤੀ ਡੋਲੇ ਧਰਤੀ ਨਿਸ਼ੰਗ ਸੂਰਮੇ ਨਹੀਂ ਡੋਲਦੇ, ਡੋਲੇ ਧਰਤੀ। ਅਸੀਂ ਆਲੂ ਵਾਂਗੂ ਦੇ ਗੱਜ ਉਬਲ ਗਏ, ਮੀਆਂ ਮੀਰ ਦੇ ਕਰੋਧ ਤਾਂ ਵੀ ਟੱਲ ਗਏ, ਸਾਰੇ ਨੇ ਸਫਲ ਚੰਦੂ ਜਾਂਦੇ ਚੱਲ ਗਏ, ਗੱਲ ਕਰਨੀ ਜੋ ਕਹਿਣੀ ਨਹੀਂ ਗਪੌੜੇ ਮਾਰਦੇ, ਸੀਸ ਲੱਥ ਜਾਵੇ, ਸੀਸ ਲੱਥ ਜਾਵੇ ਸਿੰਘ ਨਹੀਂ ਜ਼ਬਾਨੋਂ ਹਾਰਦੇ, ਸੀਸ ਲੱਥ ਜਾਵੇ। ਖੋਪਰ ਲਹਾਰੇ ਨਾਲ ਰੰਬੀਆਂ, ਖੋਪਰ ਲਹਾਰੇ ਨਾਲ ਰੰਬੀਆਂ, ਪਾਤਸ਼ਾਹਾਂ ਸਾਤੋਂ ਡਾਰੇ ਡਾਰ ਕੰਬੀਆਂ, ਤੇ ਅਡਾਉਂਦੇ ਰਹੇ ਝੂਠ ਦੀਆਂ ਫੰਬੀਆਂ, ਜੌਰੀ ਪੁੱਤ ਸਦਾ ਹੀਰੇ ਮੋਤੀਆਂ ਤੋਂ ਟੋਲਦੇ, ਡੋਲੇ ਧਰਤੀ ਡੋਲੇ ਧਰਤੀ ਨਿਸ਼ੰਗ ਸੂਰਮੇ ਨਹੀਂ ਡੋਲਦੇ, ਡੋਲੇ ਧਰਤੀ। ਵੈਰੀਆਂ ਨੂੰ ਪਾਈਆਂ ਮੌਤ ਰੋਣੀਆਂ, ਵੈਰੀਆਂ ਨੂੰ ਪਾਈਆਂ ਮੌਤ ਰੋਣੀਆਂ, ਗੱਲਾਂ ਜੋਗੀ ਗੁਰਦਾਸਪੁਰੀ ਗਾਉਣੀਆਂ, ਗੱਲਾਂ ਜੋਗੀ ਗੁਰਦਾਸ
ਰਸਪੁਰੀ ਗਾਉਣੀਆਂ ਜਿਵੇਂ ਗੁਰਮੁਖ ਜਗੀਰ ਰਹਿੰਦੇ ਲਲਕਾਰ ਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ ਸਿੰਘ ਨੀ ਜ਼ਬਾਨੋਂ ਹਾਰ ਦੇ ਸੀਸ ਲੱਥ ਜਾਵੇ ਵਾਹ ਜੀ ਵਾਹ, ਬਹੁਤ ਹੀ ਜੋਸ਼ ਭਰਿਆ ਤੁਹਾਡਾ ਇਹ ਪ੍ਰਸੰਗ ਔਰ ਬਹੁਤ ਜ਼ਿਆਦਾ ਇਹ ਸੁਪ੍ਰਸਿੱਧ ਹੋਇਆ ਸੀਗਾ ਜੀ ਇਹ ਤੁਹਾਡਾ ਇਹ ਪ੍ਰਸੰਗ ਸਾਰਾ ਹਰੀ ਸਿੰਘ ਨਲੂਆ। ਮੈਂ ਦਲਬੀਰ ਨੇ ਗਾਇਆ ਸੀ। ਹਾਂਜੀ, ਤੁਸੀਂ ਤੇ ਦਲਬੀਰ ਨੇ। ਔਰ ਇਹਦੇ ਸ਼ੁਰੂ 'ਚ ਇੱਕ ਤੁਹਾਡਾ ਕਵਿਤਾ ਸੀਗੀ ਉਹ ਵੀ ਬੜੀ ਪਿਆਰੀ ਸੀ, ਨਾਨਕ ਦੇ ਘਰ ਅੰਮ੍ਰਿਤ ਵਾਸੇ ਵਿਰਲਾ ਗੁਰਮੁਖ ਪੀਵੇ, ਬਹੁਤ ਹੀ ਖੂਬਸੂਰਤ ਔਰ ਸਾਰਾ ਹੀ। ਔਰ ਜਦੋਂ ਤੁਸੀਂ ਸੁਣਦੇ ਹੋ ਉਹਨਾਂ ਦੇ ਜੋ ਜੋਸ਼ੀਲੇ ਛੰਦ ਸੁਣਦੇ ਹੋ ਤੁਹਾਨੂੰ ਜੋਸ਼ ਆਉਂਦਾ। ਜੇ ਉਹਨਾਂ ਦੇ ਕਈ ਪ੍ਰਸੰਗ ਇਹੋ ਜਿਹੇ ਨੇ, ਛੋਟੇ ਸਾਹਿਬਜ਼ਾਦਿਆਂ ਦਾ ਸਾਕਾ ਲਾ ਲਓ, ਬੀਬੀ ਸੁੰਦਰੀ ਦਾ ਇਤਿਹਾਸ ਲਾ ਲਓ, ਜਿਹੜੇ ਵਿਰਾਗਮਈ ਨੇ। ਸਾਡੇ ਨਾਲ ਨੇ ਪ੍ਰਸਿੱਧ ਕਵੀਸ਼ਰ ਭਾਈ ਗੁਰਮੁਖ ਸਿੰਘ ਜੀ ਐਮਏ ਤੇ ਰਣਜੀਤ ਸਿੰਘ ਜੀ ਚੀਮਾ। ਮਿਲਦੇ ਆ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਹੀਰੇ ਕੌਮ ਦੇ ਵਿੱਚ, ਤੇ ਮੇਰੇ ਨਾਲ ਨੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਮੁਖ ਸਿੰਘ ਜੀ ਐਮਏ ਤੇ ਭਾਈ ਰਣਜੀਤ ਸਿੰਘ ਜੀ ਚੀਮਾ। ਅੱਛਾ ਗੁਰਮੁਖ ਸਿੰਘ ਜੀ, ਜੋਗੀ ਸਾਹਿਬ ਬਾਰੇ ਤੇ ਆਪਾਂ ਕੁਝ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਸਮੁੰਦਰਮਈ ਜਿਹੜੀ ਉਹਨਾਂ ਦਾ ਜੀਵਨ ਪੰਧ ਹੈ ਉਹਦੇ ਵਿੱਚੋਂ, ਕਿਉਂਕਿ ਉਹਨਾਂ ਬਾਰੇ ਤੇ ਮੇਰੇ ਖਿਆਲ ਆਪਾਂ 1 ਮਹੀਨਾ ਵੀ ਗੱਲਾਂ ਕਰੀ ਜਾਈਏ ਤੇ ਨਹੀਂ ਖਤਮ ਹੋ ਸਕਦੀਆਂ। ਇੱਕ ਐਪੀਸੋਡ ਪਤਾ ਨਹੀਂ ਕਿੰਨੇ ਕੁ ਬਣਾ ਸਕਦੇ ਆ। ਹੁਣ ਆਪਾਂ ਤੁਹਾਡੇ ਤੇ ਆਉਨੇ, ਤੁਸੀਂ ਜੋਗੀ ਸਾਹਿਬ ਕੋਲ ਬਚਪਨ ਤੋਂ ਅੱਗੇ ਜਾਂ ਇਹ ਕਹਿ ਲਓ ਤੁਸੀਂ ਆਪਣਾ ਸਾਰਾ ਜੀਵਨ ਜੋਗੀ ਸਾਹਿਬ ਨੂੰ ਸਮਰਪਿਤ ਕਰਤਾ, ਕਵੀਸ਼ਰੀ ਨੂੰ ਸਮਰਪਿਤ ਕਰਤਾ। ਹਾਂਜੀ ਬਿਲਕੁਲ। ਉਹਦੇ ਬਾਅਦ ਤੁਸੀਂ ਖੁਦ ਬਹੁਤ ਵਧੀਆ ਲਿਖਦੇ ਹੋ, ਤੁਸੀਂ ਫਿਰ ਖੁਦ ਲਿਖਣ ਦਾ ਤੁਸੀਂ ਕਦੋਂ ਸ਼ੁਰੂ ਕੀਤਾ? ਮੈਂ ਉਹ ਜੋਗੀ ਸਾਹਿਬ 'ਚ ਇੱਕ ਸਿਫਤ ਸੀ ਵੀ ਜਦੋਂ ਆਪਾਂ ਕਦੇ ਜੋੜ ਮੇਲਿਆਂ ਤੇ ਜਾਂਦੇ ਆ ਨਾ ਜੀ, ਜਦੋਂ ਤੁਹਾਡੇ ਨਗਰ ਦਾ ਕੋਈ ਸੰਤ ਵਾ ਜੀ, ਤੋ ਪਿੰਡ ਵਾਲਿਆਂ ਨੂੰ ਹੁੰਦਾ ਵੀ ਸਾਡੇ ਸੰਤ ਦੀ ਕਵਿਤਾ ਬੋਲ ਕੇ ਸੁਣਾਓ ਜੀ। ਤੇ ਉਹ ਜਿਹੜਾ ਨਾਲ ਦਾ ਮੁੰਡਾ ਹੁੰਦਾ ਫਿਰ ਉਹ ਡਿਊਟੀ ਲਾਉਂਦੇ, ਫਿਰ ਯਾਰ ਤੂੰ ਇੱਥੇ ਲਿਖ ਸੰਤ ਦੀ ਲਿਖਦੇ ਕਵਿਤਾ ਮਾੜੀ ਮੋਟੀ ਜਿੱਦਾਂ ਦੀ ਲਿਖੇਗਾ ਚੀਜ਼ ਤੇ ਨਵੀਂ ਹੋ ਗਈ ਨਾ। ਹਾਂਜੀ ਹਾਂਜੀ। ਉਹ ਸਾਨੂੰ ਸਾਰਿਆਂ ਨੂੰ ਇਹ ਆਦਤ ਪਾਉਂਦੇ ਸੀ ਲਿਖਿਆ ਕਰੋ ਤੇ ਉਹ ਫਿਰ ਇਦਾਂ ਕਰਦਾ ਮੈਂ ਲਿਖਣਾ ਸ਼ੁਰੂ ਕਰਤਾ। ਵਾਹ ਜੀ। ਤੇ ਆ ਸੁੰਦਰੀ ਦਾ ਪ੍ਰਸੰਗ ਜਦੋਂ ਲਿਖਿਆ ਉੱਥੇ ਭਾਗੋਵਾਲ ਜੀ, ਉਹ 2-3 ਦਿਨ ਬੀਬੀਆਂ ਉੱਥੇ ਕਹਿੰਦੇ ਸੁੰਦਰੀ ਦਾ ਪ੍ਰਸੰਗ ਸੁਣਾਓ ਜੀ, ਤੇ ਉਹ ਆਂਦੇ ਵੀ ਮੈਂ ਕੱਲ ਨੂੰ ਸੁਣਾਉਂਗਾ। ਅੱਛਾ, ਉਹ ਪ੍ਰਸੰਗ ਹੈ ਨਹੀਂ ਕੋਲ। ਅੱਛਾ ਜੀ। ਕਰਤਾਰ ਸਿੰਘ ਵਧਣੀ ਨੇ ਲਿਖਿਆ ਸੀ, ਉਹ ਗਾਉਂਦੇ ਨਹੀਂ ਕਿਸੇ ਦੀ ਕਵਿਤਾ। ਹਾਂਜੀ। ਫਿਰ ਅਗਲੇ ਦਿਨ ਫਿਰ ਨਹੀਂ ਸੁਣਾਇਆ, 3-4 ਦਿਨ ਇਦਾਂ ਲੰਘ ਗਏ। ਉਹ ਬੀਬੀਆਂ ਕੁਝ ਥੋੜਾ ਤਲਖੀ 'ਚ ਆ ਗਈਆਂ ਵੀ ਰੋਜ਼ ਸਾਨੂੰ ਲਾਰਾ ਜਿਹਾ ਲਾਈ ਜਾਂਦੇ ਆ। ਅੱਛਾ, ਜੇ ਕੱਲ ਨੂੰ ਆਂਦੇ ਜੋਗੀ ਆ ਤੂੰ ਨਾ ਸੁਣਾਈ ਤਾਂ ਫਿਰ ਅਸੀਂ ਸੁਣਾਵਾਂਗੇ ਸਟੇਜ ਤੇ। ਇਹ ਚੈਲੰਜ ਹੋ ਗਿਆ। ਉਹ ਕਵਿਤਾ ਜਿਹੜੀ ਜ਼ਿਆਦਾ ਉਹਨਾਂ ਨੇ ਦੇਖ ਛੱਕ ਕੇ ਹੀ ਸੁੱਖਾ ਨਿਆਂਕਸੋਂ ਦੇ ਕਹਿੰਦੇ ਆ ਜੀ, ਉਹ ਛੱਕ ਕੇ ਲਿਖੀ ਕਵਿਤਾ। ਉਹ ਦਿਮਾਗ ਐ ਉਹਨਾਂ ਦਾ ਤਰ ਹੋ ਜਾਂਦਾ ਹੈ, ਉਹਦੇ ਨਾਲ ਹੀ ਕਵਿਤਾ ਚੱਲਦੀ। ਕੀ ਬਾਤ। ਉਹ ਫਿਰ ਬਹਿ ਗਏ ਰਾਤ ਨੂੰ ਤਕਰੀਬਨ 10-11 ਵਜੇ ਜੀ, ਤੇ ਅੰਮ੍ਰਿਤ ਵੇਲੇ ਤੱਕ। ਤੇ ਉਹਨੇ ਚੰਨਮੋਹਨ ਸੀ ਨਾਲ ਉਦੋਂ, ਆਂਦੇ ਮੁੰਡਿਓ ਇੱਕ ਕਵਿਤਾ ਤੁਸੀਂ ਲਿਖੋ ਜੀ, ਬਾਕੀ ਮੈਂ ਲਿਖਦਾ ਤੇ ਆਪਾਂ ਸਵੇਰੇ ਸੁਣਾਉਣਾ ਵਾ ਪ੍ਰਸੰਗ ਸਾਰਾ। ਚਲੋ ਉਹਨਾਂ ਨੇ ਲਿਖਿਆ ਤੇ ਮੈਂ ਕਵਿਤਾ ਲਿਖੀ। ਮੈਨੂੰ ਉਹਨਾਂ ਨੇ ਟੇਕ ਦੇ ਦਿੱਤੀ ਜੀ, ਵਧੀਆ ਸ਼ਾਨਦਾਰ। ਤੁਸੀਂ ਸਾਰੇ ਪ੍ਰਸੰਗ ਸੁਣਿਆ ਹੋਊਗਾ। ਕਿਹੜਾ ਜੀ? ਆ ਵੀਰਾ ਮਿਲ ਲੈ ਵੇ ਭੈਣ ਨੂੰ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਹੀ ਆਪਾਂ ਦਰਦਨਾਕ ਸ਼ਬਦ ਵੀ ਯੂਜ਼ ਕਰ ਸਕਦੇ ਹਾਂ, ਕਿਉਂਕਿ ਸੁਣ ਕੇ ਬੰਦਾ ਭਾਵਕ ਹੋ ਜਾਂਦਾ ਉਸ ਛੰਦ ਨੂੰ ਜਦੋਂ ਸਟੋਰੀ ਦੇ ਨਾਲ ਚੱਲਦਾ। ਉਹ ਕਵਿਤਾ ਮੈਂ ਲਿਖੀ। ਬਾਕੀ ਜਿਹੜੇ 8 ਛੰਦ ਇੱਕੇ ਦਿਨ ਇੱਕੇ ਰਾਤ ਉਹ ਜੋਗੀ ਸਾਹਿਬ ਨੇ ਲਿਖੇ। ਕਿੱਡਾ ਚੋਟੀ ਦਾ ਪ੍ਰਸੰਗ ਹੈ, ਤੁਸੀਂ ਸੁਣਿਆ ਸਾਰਾ, ਔਰ ਦੁਨੀਆ ਨੇ ਉਹਨੂੰ ਮਾਨਤਾ ਦਿੱਤੀ ਉਹ ਪ੍ਰਸੰਗ ਨੂੰ। ਅਗਲੇ ਦਿਨ ਸਾਰਾ ਪ੍ਰਸੰਗ ਹੀ ਸਟੇਜ ਤੇ ਸੁਣਾਤਾ ਜੀ, ਸੁਣਾਤਾ ਤਰਜਾ ਬਣਾ ਕੇ ਉਹ ਸੁਣਾਤਾ। ਫਿਰ ਇਦਾਂ ਕਰਕੇ ਉਹਨਾਂ ਨੇ ਮੈਨੂੰ ਲਿਖਣਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਆ ਖਾੜਕੂਵਾਦ ਆਇਆ, ਉਹ ਜ਼ਿਆਦਾ ਮੇਰੀ ਕਵਿਤਾ ਫਿਰ ਉਦੋਂ ਸ਼ੁਰੂ ਹੋਈ, ਉਦੋਂ ਮੈਂ ਲਿਖਣੀ ਸ਼ੁਰੂ ਕੀਤੀ। ਅੱਛਾ, ਉਹਦੇ ਨਾਲ ਸਹਿਜੇ ਹੇਜੇ ਚੱਲਦੇ ਆ। ਉਹ ਗੁਣ ਤੇ ਉਹ ਦੱਸਦੇ ਸੀ ਵੀ ਇਦਾਂ ਆ ਕਵਿਤਾ 'ਚ ਇਦਾਂ ਹੋਣਾ ਚਾਹੀਦਾ। ਤੇ ਉਹਨਾਂ ਦੀ ਕਿਰਪਾ ਦੇ ਨਾਲ ਜਿੰਨੇ ਵੀ ਮੁੰਡੇ ਆਏ ਸਾਰਿਆਂ ਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਹਰ ਬੰਦਾ ਲਿਖੇ। ਜੇ ਉਹਦੀ ਆਪਣੀ ਕਮਜ਼ੋਰੀ ਆ ਨਹੀਂ ਕੋਈ ਲਿਖ ਸਕਿਆ, ਬਹੁਤਿਆਂ ਨੇ ਲਿਖਿਆ ਵੀ ਆ। ਇਹਨੇ ਕਿਸੇ ਦੇ ਸ਼ਾਗਿਰਦ ਲਿਖਦੇ ਨਹੀਂ ਜਿੰਨੇ ਉਹਨਾਂ ਦੇ, ਜਿੰਨੇ ਜੋਗੀ ਸਾਹਿਬ ਦੇ ਸ਼ਾਗਿਰਦ, ਲੈਕਚਰਰ ਵਧੀਆ, ਗਵਈਆ ਵਧੀਆ ਮਤਲਬ ਉਹਨਾਂ ਨੇ ਦੇਣ ਦਿੱਤੀ ਹੈ। ਅੱਛਾ ਗੁਰਮੁਖ ਸਿੰਘ ਜੀ, ਇੱਕ ਖਾਸ ਜਿਹੜੀ ਭਲ ਤੁਹਾਡੇ ਇਸੇ ਆਈ ਹੈ, ਕਿਉਂਕਿ ਬਾਬੂ ਰਜਬ ਅਲੀ ਜੀ ਨੇ 72 ਕਲੀਆ ਛੰਦ ਲਿਖਿਆ, ਔਰ ਉਹਦੀ ਉਹ ਇੱਕ ਉਹਨਾਂ ਨੇ ਮੀਲ ਪੱਥਰ ਕਹਿ ਸਕਦੇ ਕਿ ਪੰਜਾਬੀ ਸਾਹਿਤ ਦੇ ਵਿੱਚ ਗੱਡਿਆ ਸੀਗਾ। ਉਸ ਮੀਲ ਪੱਥਰ ਨੂੰ ਤੁਸੀਂ 94 ਕਲੀਆ ਛੰਦ ਲੈ ਕੇ ਉਸ ਤੋਂ ਅੱਗੇ ਉਸ ਤੋਂ ਵੱਡਾ ਮੀਲ ਪੱਥਰ ਜਿਹੜਾ ਉਹ ਗੱਡਿਆ ਪੰਜਾਬੀ ਛੰਦਬੰਦੀ ਦੇ ਵਿੱਚ। ਇਹ 94 ਕਲੀਏ ਦਾ ਸਬਬ ਕਿਵੇਂ ਬਣੇ? ਇਹ ਵੀ ਨਾ ਮੈਂ ਮਨ 'ਚ ਹੀ ਆਈ ਵੀ ਮੈਂ ਲਿਖਾਂ ਜੀ। ਤੇ ਮੈਂ ਇਹਨਾਂ ਨੂੰ ਪੁੱਛਿਆ, ਮੈਂ ਲਿਖਾਂ? ਕਹਿੰਦੇ ਨਹੀਂ ਤੂੰ ਨਹੀਂ ਲਿਖ ਸਕਦਾ, ਵੱਡੇ ਕਵੀਸ਼ਰ ਹੋ ਗਏ ਆ, ਕੋਈ ਨਹੀਂ ਲਿਖ ਸਕਦਾ, ਤੂੰ ਕਿਵੇਂ ਲਿਖ ਦੂੰਗਾ ਜੀ? ਮੈਂ ਕਿਹਾ ਨਹੀਂ, ਸ਼ਾਇਦ ਗੁਰੂ ਮਹਾਰਾਜ ਕਰ ਦੇਣ ਕਿਰਪਾ ਤੇ ਮੈਂ ਲਿਖ ਦੂੰ। 2-2.5-3 ਮਹੀਨੇ ਬਾਅਦ ਜਦੋਂ ਇਹ ਛੰਦ ਸੁਣਾਇਆ ਤਾਂ ਹੈਰਾਨ ਲੱਗੇ, ਕਹਿੰਦੇ ਵੀ ਕਿਤੇ ਇਹ ਤਾਂ ਨਹੀਂ
ਕਿਸੇ ਮਾਲਵੇ ਦੇ ਕਮਿਸ਼ਨ ਨੂੰ ਪੈਸੇ ਪੁੱਛ ਦੇ ਕੇ ਆਪਣਾ ਨਾਮ ਬਣਾਉਣ ਵਾਸਤੇ ਲਿਖ ਅੱਛਾ ਲਿਆ। ਜੀ। ਮੈਂ ਕਿਹਾ ਵੀ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ। ਮੈਂ ਤੇ ਵਿਸ਼ਵਾਸ ਤੇ ਮੈਨੂੰ ਹੈਗਾ ਵੀ ਝੂਠ ਨਹੀਂ ਤੂੰ ਬੋਲਣਾ, ਪਰ ਇਹ ਮੇਰੇ ਮੰਨਣ 'ਚ ਨਹੀਂ ਆਉਂਦਾ, ਲਿਖ ਕਿਵੇਂ ਲਿਆ। ਜੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਹਦੇ ਪਿੰਗਲੇ ਪਹਾੜੀ ਤੇ ਚੜਾ ਦੇਵੇ, ਗੁਰੂ ਦੀ ਰਹਿਮਤ ਹੈ। ਮੇਰਾ ਇਹਦੇ 'ਚ ਮਾਣ ਤਾਣ ਵਾਲੀ ਕੋਈ ਗੱਲ ਨਹੀਂ ਗੀ। ਉਹ ਵੈਸੇ ਉਹਦੇ ਇੱਕ ਬੰਦੇ 94 ਅੱਖਰ ਆਉਂਦੇ, ਉਹਨਾਂ ਨੇ 94 ਕਲੀਆ ਇਹਨੂੰ ਪ੍ਰਸਿੱਧ ਕਰ ਦਿੱਤਾ ਵੈਸੇ। ਜੀ ਤੇ ਜਿਹੜਾ ਜਿਸ ਤਕਨੀਕ ਨਾਲ ਮਾਤਰਾ ਦੇ ਲਿਹਾਜ਼ ਨਾਲ ਜਿਹੜਾ ਨਾ ਬਾਬੂ ਰਾਜਬ ਨੇ ਲਿਖਿਆ, ਜੀ। ਉਹਦੇ ਨਾਲੋਂ ਡੇਢੀਆਂ ਮਾਤਰਾਵਾਂ ਇਹਦੀਆਂ। ਉਹ ਠੀਕ ਹੈ। 72 ਕਲੀਆ 72 ਡੇਢਾ 108 ਕਲੀਆ ਵਾ, ਜਿਵੇਂ 108 ਮਤਲਬ ਕਲੀਆ। ਜੇ ਸਹੀ ਇਹਦਾ ਵੇਖਿਆ ਜਾਏ, ਪਰ ਉਹਨਾਂ ਨੇ ਜ਼ਿਆਦਾ ਇਹਨੂੰ 94 ਕਲੇ ਕਰਕੇ ਪ੍ਰਸਿੱਧ ਕੀਤਾ। ਮਤਲਬ ਇਹਦੇ 94 ਅੱਖਰ ਹੈ ਜੀ, ਇੱਕ ਬੰਦ ਵਿੱਚ। ਇੱਕ ਬੰਦ ਵਿੱਚ 94 ਅੱਖਰ। ਤੇ ਉਹਦੀ ਚਲੋ ਬੰਦਿਸ਼ ਨਿਭਾਈ, ਉਹ ਕਰਿਆ ਕਰਦੇ ਸੀ ਗੱਲ ਵੀ ਇਹਨਾਂ ਨੇ ਪੂਰੇ 94 ਅੱਖਰੀ ਪਾਏ ਹਰ ਟੇਕ 'ਚ। ਤੇ ਉਹ ਇਹ ਤੁਸੀਂ ਮੇਰੇ ਸੁਣਿਆ ਖਿਆਲ ਹੀ ਹੈ। ਹੈ ਰਾਜਾ ਭੀਮ ਚੰਦ ਦੇ ਬਾਰੇ ਰਾਜਾ ਸੀ। ਭੀਮ ਚੰਦ ਦੇ ਦਰਸ਼ਨ ਕਰਨ ਵਾਸਤੇ ਹੁੰਦਾ, ਤੇ ਦਰਬਾਰ ਦੀ ਕੀ ਸ਼ਾਨ ਚੱਲਾ ਇਲਾ ਦੋ ਚੰਦ। ਹਾਂਜੀ ਹਾਂਜੀ ਹਾਂਜੀ। ਫੱਬਣ ਪੈ ਆਸਣ ਤੇ ਗੁਰੂ ਦਸਵੇਂ, ਸ਼ਾਹੀ ਦਰਵੇਸ਼ ਮੱਥੇ ਤੇ ਢਲਕ ਨਾ ਰਾਨੀ ਝਲਕ, ਤੇਜ ਜੋ ਭਾਣ ਮਾਰਦਾ ਚਮਕਾਂ, ਸਿਰ ਕਲਗੀ ਸੌਂਦੀ ਪਈ ਹੀਰਿਆਂ ਜੜੀ ਮੋਤੀਆਂ, ਮੜੀ ਨੈਣਾ ਮੇ ਮਸਤੀ ਅਗੰਮੀ ਹਸਤੀ, ਸੋਹਣ ਸੁਲਤਾਨ ਮਾਰਦੇ ਦਮਕਾਂ। ਜੋ ਚੰਨ ਪਰਿਵਾਰ ਵਿੱਚੋਂ ਨਰਾਲੀ ਸ਼ਾਨ, ਪਿਆਰ ਦੀ ਖਾਨ ਹੰਕਾਰ ਦਾ ਕਿਲਾ ਹੋ ਗਿਆ ਢਿੱਲਾ, ਤੇ ਆਕੜ ਖਾਨ ਸਦਾ ਹੋ ਤੁੱਕ ਗਿਆ, ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ ਮਾਨ, ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ। ਕਿਤੇ ਜਰਤ ਚਾਨਣੀ ਦੀ ਪਸ਼ਮ ਦੀਆਂ ਧਾਰਾਂ, ਸੋਨੇ ਦੀਆਂ ਧਾਰਾਂ, ਵੇਲਾਂ ਕਈ ਉਣੀਆਂ ਕਲਾ ਦੀਆਂ ਗੁਣੀਆਂ, ਉਲੀ ਕੇ ਨਕਸ਼ ਅਕਲ ਚ ਤਰ ਆ ਗਈ, ਚੰਦਨ ਦੀ ਚੌਂਕੀ ਚੋਂ ਪੁਤਲੀਆਂ ਨੱਚਣ ਦਿਲਾਂ ਨੂੰ ਜਤਨ ਕਰਦੀਆਂ, ਕੇਲਾਂ ਅਜਬਈ ਖੇਲਾਂ ਕਲਾ ਦਾ ਲਕਸ਼ ਫਿਲਮ ਬਣ ਛਾ ਗਈ। ਉਹ ਪੰਜ ਕਲਾ ਦੇ ਸ਼ਸਤਰ ਦੀਆਂ ਐਸੀਆਂ ਚਾਲਾਂ, ਦਸਨ ਕਮਾਲਾਂ ਬਣਨ ਹਥਿਆਰ, ਪੰਜੇ ਪੰਜ ਵਾਰ ਹੈ ਕਿਰਤ ਮਹਾਨ, ਦਿਲਾਂ ਵਿੱਚ ਠੋਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ ਮਾਨ, ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ। ਜਦ ਸੱਜੇ ਚਾਰ ਪਾਈ ਜੋਦੇ ਜਰਨੈਲ ਕਰਨ ਪੈ ਕਹਿ, ਦੱਸਣ ਪੈ ਚੱਕਰ ਲੈਣਗੇ ਟੱਕਰ, ਤੀਰਾਂ ਦੇ ਪੱਥੇ ਪੰਨਣਗੇ ਅੜੀਆਂ, ਮੋਢਿਆਂ ਤੇ ਢਾਲਾਂ ਸੀ ਸਜਣ ਪੈ ਲਾੜੇ ਤੇ ਕੋਈ ਹਾੜੇ, ਨਰਾਲੀ ਕਿਸੋਂ ਭਲਾ ਦੀ ਜਿਸਮ ਪਖਣ ਪੈ ਮੱਥੇ ਲਾਲੀਆਂ ਚੜੀਆਂ। ਕਦੇ ਰੋਬ ਕਲਗੀਆਂ ਦਾ ਖੜੇ ਮਸ਼ਾਰੇ, ਨੇਤਰ ਗੈਰ ਵੀਰ ਰਸਵਾਰ ਪੜਨ ਸਰਦਾਰ, ਫੱਬਣ ਬਲਵਾਨ ਸਾ ਤੱਕ ਸੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦ ਰਾਣਾ, ਨੀਤ ਦਾ ਕਾਣਾ ਸੋਚਾਂ ਵਿੱਚ ਵਹਿ ਗਿਆ ਮਾਨ, ਸਭ ਢਹਿ ਗਿਆ ਭੁੱਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਜੀ। ਔਰ ਕਵੀਸ਼ਰੀ ਦੇ ਵਿੱਚ ਜਿਹੜਾ ਇਹ ਤੁਸੀਂ ਇੱਕ ਮੀਲ ਪੱਥਰ ਹੋਰ ਗੱਡਿਆ, ਉਹ ਬਹੁਤ ਹੀ ਸਲਾਹੁਣਯੋਗ ਹੈ। ਦੋਸਤੋ, ਸਾਡੇ ਨਾਲ ਨੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਮੁਖ ਸਿੰਘ ਜੀ MA ਤੇ ਰਣਜੀਤ ਸਿੰਘ ਜੀ ਚੀਮਾ। ਮਿਲਦੇ ਆ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਗੁਰਮੁਖ ਸਿੰਘ ਜੀ, ਆਪਾਂ ਗੱਲ ਕਰ ਰਹੇ ਸੀਗੇ ਤੁਹਾਡੀਆਂ ਰਚਨਾਵਾਂ ਬਾਰੇ, ਤੁਹਾਡੀਆਂ ਕਵਿਤਾਵਾਂ ਬਾਰੇ। ਤੁਸੀਂ ਬਹੁਤ ਸਾਰਾ ਸਾਹਿਤ ਜਿਹੜਾ ਉਹ ਜੋਗੀ ਸਾਹਿਬ ਦੇ ਨਾਲ ਰਹਿੰਦਿਆਂ ਹੋਇਆਂ ਵੀ ਰਚਿਆ, ਔਰ ਬਕਾਇਦਾ ਹੁਣ ਵੀ ਰਚ ਰਹੇ ਹੋ। ਕੋਈ ਇਹੋ ਜੀ ਕਵਿਤਾ ਤੁਹਾਡੀ ਆਪਣੀ ਲਿਖੀ ਜਿਹੜੀ ਤੁਹਾਨੂੰ ਬਹੁਤ ਪਸੰਦ ਆ, ਜਿਹੜੀ ਤੁਸੀਂ ਸੰਗਤਾਂ ਤੱਕ ਪਹੁੰਚਾਉਣੀ ਚਾਹੋ? ਮੇਰੇ ਤੇ ਕਿਉਂਕਿ ਆਪਾਂ ਮੇਰਾ ਜ਼ਿਆਦਾ ਮਨ ਹੁੰਦਾ ਵੀ ਜੋਗੀ ਸਾਹਿਬ ਦੀ ਗੱਲ ਜੇ ਆਪਾਂ ਕੀਤੀ ਵੀ ਆ ਤੇ ਕਰਨ ਦਾ ਵੀ ਇਰਾਦਾ ਹੁੰਦਾ। ਲਿਖਿਆ ਬੜਾ ਮਹਾਰਾਜ ਦੀ ਕਿਰਪਾ ਨਾਲ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਮੈਂ ਲੜੀਵਾਰ ਹਰ ਗੁਰੂ ਸਾਹਿਬ ਦੇ ਜੀਵਨ ਬਾਰੇ ਕਵਿਤਾ ਲਿਖੀ ਹੈ ਜੀ। ਉਹ ਛਪਾਇਆ ਜੀ। ਬੰਦਾ ਬਹਾਦਰ ਇਤਿਹਾਸਕ ਖੋਜ ਦੇ ਪੱਖੋਂ ਗੁਰਮੁਖ ਜਰਨੈਲ ਮੈਂ ਸਮਝਦਾ ਮੇਰੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਕਮਾਈ ਆ। ਵਾਹ। ਉਹ ਸਾਰਾ ਬੰਦਾ ਸਿੰਘ ਦੇ ਜੀਵਨ ਤੇ ਇਤਿਹਾਸ। ਜੀ। 2 ਪੁਸਤਕਾਂ ਜੋਗੀ ਸਾਹਿਬ ਦੇ ਜਿਹੜੀ ਮੈਂ ਜੀਵਨ ਤੇ ਲਿਖੀਆਂ ਹੈ, ਕਵੀਸ਼ਰੀ ਦਾ ਬੇਤਾਜ ਬਾਦਸ਼ਾਹ ਜੋਗਾ ਸਿੰਘ ਜੋਗੀ, ਕਵੀਸ਼ਰੀ ਦਾ ਯੁੱਗ ਪੁਰਸ਼ ਜੀ। ਜੋਗਾ ਸਿੰਘ ਜੋਗੀ, ਇਹ ਬਹੁਤ ਵੱਡੀ ਗੱਲ ਹੈ। ਮੇਰੇ ਖਿਆਲ ਤੁਹਾਡੀ ਕਿਤਾਬ ਹੈ ਜੀ ਇਹ ਅੰਮ੍ਰਿਤ ਦੇ ਜੌਰੇ ਪਹਿਲਾਂ ਆਹ ਕਵੀਸ਼ਰੀ ਦਾ ਜੋਗਾ ਸਿੰਘ ਜੋਗੀ, ਕਵੀਸ਼ਰੀ ਦਾ ਯੁੱਗ ਪੁਰਸ਼। ਫਿਰ ਮੈਂ ਸਿੱਖ ਇਤਿਹਾਸ ਦੇ ਤਕਰੀਬਨ ਬਹੁਤ ਸਾਰੇ ਪ੍ਰਸੰਗ ਲਿਖੇ ਆ ਜੀ। 13 ਕਿਤਾਬਾਂ ਮੇਰੀਆਂ ਛਪ ਗਈਆਂ। ਠੀਕ ਹੈ ਜੀ। ਤੇ ਉਹਦੇ ਵਿੱਚ ਬੜੇ ਵਧੀਆ ਛੰਦ ਹੈਗੇ ਆ। ਇਹ ਗੁਜਰੀ ਮਾਂ ਵਰਗੀ ਜਗ ਤੇ ਹੋਰ ਮਾਂ ਨਹੀਂ ਕੋਈ। ਜੀ। ਹਾਂਜੀ, ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਵਧੀਆ ਛੰਦ ਹੈਗੇ ਆ। ਇੱਕ ਮੈਂ ਵੱਡੀ ਕਵਿਤਾ ਲਿਖੀ ਆ ਪੰਜਾਬ ਬਾਰੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਬਲਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਤੋਂ ਲੈ ਕੇ
ਤੇ ਹੁਣ ਤੱਕ ਖਾੜਕੂਵਾਦ ਤੱਕ ਜੀ ਕਿੰਨਾ ਪੜਾਵਾਂ ਵਿੱਚੋਂ ਪੰਜਾਬ ਨੂੰ ਲੰਘਣਾ ਪਿਆ। ਜੀ ਉਹ ਰਿਕਾਰਡ ਵੀ ਕਰਵਾਈ ਆ TPM ਵਿੱਚ। ਜੀ ਮੈਂ ਤੇ ਦਲਵੀਰ ਨੇ ਤਕਰੀਬਨ 12.5 ਮਿੰਟ ਵਿੱਚ ਉਹ ਕਵਿਤਾ ਗਾਈ ਆ। ਵਾਹ ਜੀ ਵਾਹ। ਏਡਾ ਵੱਡਾ ਦਮ ਜਿਹੜਾ ਆਮ ਤੌਰ ਤੇ 3-3.5 ਮਿੰਟ ਦਾ ਛੰਦ ਹੁੰਦਾ, ਤੇ ਲਗਾਤਾਰ ਲੈਕਚਰ ਵੀ ਮੈਂ ਕੀਤਾ ਤੇ ਗਾਇਆ ਵੀ ਆ। 12.5 ਮਿੰਟ ਬਹੁਤ ਹਾਂਜੀ। ਲੰਮਾ। ਜੀ ਤੇ ਉਹ ਤੇ ਬਹੁਤ ਵੱਡੀ ਕਵਿਤਾ, ਉਹ ਵੀ ਸੁਣਨ ਵਾਲੀ ਆ। ਜੀ ਹੋਰ ਵੀ ਬੜੇ ਮਹਾਰਾਜ ਦੀ ਕਿਰਪਾ ਨਾਲ 2 ਕਲੀਏ ਹੋਰ ਵੀ ਮੈਂ ਲਿਖੇ ਆ। ਵਾਹ। ਇੱਕ ਮਾਤਾ ਗੁਜਰੀ ਬਾਰੇ, ਜੀ ਇੱਕ ਆਨੰਦਪੁਰ ਸਾਹਿਬ ਬਾਰੇ, ਜਦੋਂ ਇਹ ਮਨਾਇਆ ਗਿਆ 350 ਸਾਲਾ, 350 ਉਹ ਉੱਤੇ ਵੀ ਮੈਂ ਛੰਦ ਉਹ ਲਿਖਿਆ ਸੀ ਠੀਕ ਹੈ। ਆਨੰਦਪੁਰ ਸਾਹਿਬ ਬਾਰੇ। ਤੇ ਇੱਕ ਕਵਿਤਾ ਵੈਸੇ ਰੂਪ ਬਸੰਤ ਵਿੱਚ ਉਹ ਵੀ ਬੜੀ ਪਪੂਲਰ ਹੋਈ ਵੀ ਸਮਾਂ ਕਿਹੋ ਜਿਹਾ ਆਉਣ ਵਾਲਾ, ਜੀ ਉਹਨੂੰ ਵੀ ਬੜਾ ਲੋਕਾਂ ਨੇ ਲਾਈਕ ਕੀਤਾ। ਇੱਕ ਅਸੀਂ ਕਵੀਸ਼ਰੀ ਲਹਿਰਾਂ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਸੀ ਚੜ੍ਹਦੀ ਕਲਾ ਟਾਈਮ TV ਤੇ। ਉਹ 'ਤੇ ਸਿੱਖ ਰਾਜ ਕਿਵੇਂ ਗਿਆ, ਉਹਦੇ ਛੰਦ ਬਹੁਤ ਸਾਰੇ ਰਿਕਾਰਡ ਹੋਏ, ਹੋਰ ਵੀ ਕਵਿਤਾਵਾਂ ਰਿਕਾਰਡ ਹੋਈਆਂ। ਜੀ ਤੇ ਉਹਦੇ ਨਾਲ ਇੱਕ ਕਵਿਤਾ ਉੱਥੇ ਸਮਾਜ ਬਾਰੇ ਸੀ, ਸਾਡਾ ਵਾਤਾਵਰਨ ਕਿੱਧਰ ਜਾ ਰਿਹਾ। ਜੀ ਇਹ ਦੇਸ਼ ਹਿੰਦੁਸਤਾਨ ਭਾਰਤ, ਜਿਹਨੂੰ ਕਦੇ ਰਿਸ਼ੀਆਂ ਮੁਨੀਆਂ ਦੀ ਧਰਤੀ ਆਖਿਆ ਜਾਂਦਾ ਸੀ, ਇਹਦੇ ਵਿੱਚ ਕਿੰਨਾ ਅੱਜ ਖੋਟ ਪੈਦਾ ਹੋ ਗਿਆ, ਕਿੰਨੀ ਰਿਸ਼ਵਤਖੋਰੀ, ਕਿੰਨੀ ਬੇਈਮਾਨੀ, ਕੋਈ ਧਰਮ ਕਰਮ ਨਹੀਂ ਰਹਿ ਗਿਆ। ਧੀ ਭੈਣ ਜੀ ਦੀ ਉਹਦੀ ਹੈ, ਕਿਸੇ ਹੋਰ ਉਹਦੇ ਨਾਲ ਜੋ ਕੁਝ ਵਰਤਾਓ ਅੱਜ ਹੋ ਰਿਹਾ ਸਮਾਜ ਵਿੱਚ, ਜੀ ਉਹਦਾ ਲੰਮਾ ਚੌੜਾ ਛੰਦ ਸੀ। ਉਹਦੇ ਕੁਝ ਬੰਦ ਆ ਜਿਹੜੇ ਮੈਂ ਤੁਹਾਡੇ ਸਾਹਮਣੇ ਪੇਸ਼ ਹਾਂ ਬਿਲਕੁਲ ਜੀ ਬਿਲਕੁਲ। ਜਿਸ ਵਤਨ ਪਿਆਰੇ ਤੇ ਕਦੇ ਸੀ ਮਾਣ ਏਸ਼ੀਆ ਕਰਦਾ, ਅੱਜ ਡੇਗਰ ਸਾਤਲ ਚ ਜਾ ਰਿਹਾ ਹਰ ਖੇਤਰ ਵਿੱਚ ਮਰਦਾ। ਸਭ ਕਦਰਾਂ ਖਤਮ ਹੋਈਆਂ, ਨਹੀਂ ਕੋਈ ਜੀਵਨ ਵਿੱਚ ਹੁਲਾਰਾ। ਰਿਸ਼ੀਆਂ ਦੇ ਭਾਰਤ ਦਾ ਪੁੱਟਾ ਹੋ ਰਿਹਾ ਕੁਲ ਵਰਤਾਰਾ। ਪੁੱਜਦੀ ਸੀ ਭੰਗ ਜੀ ਦੇ, ਉਹ ਘਰ ਪੁੱਜਦੀ ਸੀ ਭੰਗ ਜੀ ਦੇ, ਬਹਿ ਗਿਆ ਫਾਰਮ ਕਈ ਸਜਾ ਕੇ, ਜਨਤਾ ਦੀ ਸੇਵਾ ਕੇ ਬੁੱਧੂ ਲੋਕਾਂ ਤਾਈਂ ਬਣਾ ਕੇ। ਪੀ ਕੇ ਲੋਕਾਂ ਦਾ ਲਾਉਂਦੇ ਦੇਸ਼ ਤਰੱਕੀ ਨਾਰਾ। ਰਿਸ਼ੀਆਂ ਦੇ ਭਾਰਤ ਦਾ ਪੁੱਠਾ ਹੋ ਰਿਹਾ ਕੁਲ ਵਰਤਾਰਾ। ਲੁੱਟ ਕੇ ਪਬਲਿਕ ਨੂੰ ਬੈਂਕਾਂ ਚਾਲੇ ਧਨ ਨਾਲ ਭਰੀਆਂ, ਮਨ ਪਾਪੀ ਰਜਿਆ ਨਾ ਐਸ਼ਾਂ ਸਾਰੀ ਉਮਰ ਹੀ ਕਰੀਆਂ। ਕਬਰਾਂ ਵਿੱਚ ਲੱਤਾਂ ਨੇ ਲੀਡਰ ਕੁਰਸੀ ਚਾਹੇ ਦੁਬਾਰਾ, ਲੀਡਰ ਕੁਰਸੀ ਚਾਹੇ ਦੁਬਾਰਾ। ਰਿਸ਼ੀਆਂ ਦੇ ਭਾਰਤ ਦਾ ਪੁੱਠਾ ਹੋ ਰਿਹਾ ਕੁਲ ਵਰਤਾਰਾ। ਤਨ ਨਸ਼ੇ ਵੰਡ ਕੇ ਤੇ ਨਸ਼ੇ ਵੰਡ ਕੇ ਤੇ ਚਾਹੋ ਜਦੋਂ ਖਰੀਦ ਲੋਟਾਂ, ਲੁੱਟ ਖਾਣੇ ਸਾਧਾਂ ਦੇ ਰੱਖ ਕੇ ਡੇਰਿਆਂ ਉੱਤੇ ਓਟਾਂ। ਤੰਗ ਆ ਕੇ ਖੁਦਕੁਸ਼ੀਆਂ ਕਰਦਾ ਅੱਜ ਕਿਸਾਨ ਵਿਚਾਰਾ। ਰਿਸ਼ੀਆਂ ਦੇ ਭਾਰਤ ਦਾ ਪੁੱਠਾ ਹੋ ਰਿਹਾ ਕੁਲ ਵਰਤਾਰਾ। ਜਗ ਦੀ ਜਨਨੀ ਐ ਧੀ ਅੱਜ ਕੁੱਖ ਚ ਮਾਰੀ ਜਾਵੇ, ਕਿਤੇ ਸੋਲ ਕੰਜਕਾਂ ਦੀ ਲੁੱਟੀ ਪੱਤ ਸ਼ਿਕਾਰੀ ਜਾਵੇ। ਵੈਸ਼ੀ ਬਗਿਆੜਾਂ ਦਾ, ਵੈਸ਼ੀ ਬਗਿਆੜਾਂ ਦਾ ਕਰੇ ਕਾਨੂੰਨ ਵੀ ਚੌਕੀਦਾਰਾ, ਕਰੇ ਕਾਨੂੰਨ ਵੀ ਚੌਕੀਦਾਰਾ। ਰਿਸ਼ੀਆਂ ਦੇ ਭਾਰਤ ਦਾ ਪੁੱਠਾ ਹੋ ਰਿਹਾ ਕੁਲ ਵਰਤਾਰਾ। ਵਾਹ ਜੀ ਵਾਹ। ਅੱਜ ਦੇ ਪੰਜਾਬ ਦਾ ਸੱਚ ਬਿਆਨ ਕੀਤਾ ਜੀ ਤੁਸੀਂ। ਕਿੰਨੀਆਂ ਬੁਰਾਈਆਂ ਸਾਡੇ ਸਮਾਜ ਦੇ ਵਿੱਚ ਆ ਰਹੀਆਂ ਨੇ, ਸਾਰੀਆਂ ਨੂੰ ਤੁਸੀਂ ਬਾਖੂਬੀ ਚਿੱਤਰਣ ਕੀਤਾ। ਅੱਛਾ ਗੁਰਮੁਖ ਸਿੰਘ ਜੀ, ਜਾਂਦੇ ਜਾਂਦੇ ਜਿਹੜੇ ਨਵੇਂ ਮੁੰਡੇ ਕਵੀਸ਼ਰੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਬੇਨਤੀ ਕਰ ਸਕਦਾ ਹਾਂ, ਸਭ ਤੋਂ ਵੱਡੀ ਮਿਹਨਤ ਹੈ ਜੀ ਲਗਨ, ਆਪਣੇ ਕੰਮ ਪ੍ਰਤੀ ਸਮਰਪਿਤ ਹੋ ਕੇ ਚੱਲਣਾ। ਜੀ ਦੁੱਖ ਵਾਲੀ ਗੱਲ ਆ ਵੀ ਅੱਜ ਦੇ ਮੁੰਡੇ ਜਿਹੜੇ ਆ ਉਹ ਸਿਰਫ ਇਹਨੂੰ ਪੈਸੇ ਤੱਕ ਸੀਮਤ ਰਹਿ ਗਏ। ਪੈਸੇ ਤੱਕ, ਹਾਂਜੀ ਸਿਰਫ ਪੈਸਾ ਆਉਂਦਾ, ਹੋਰ ਉਦੋਂ ਪਰਾਂ ਮਿਹਨਤ ਵਾਲੀ ਕੋਈ ਗੱਲ ਨਹੀਂ। ਜੀ 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 ਜੇ ਆਪਾਂ ਮਿਹਨਤ ਕਰਾਂਗੇ, ਕਵੀਸ਼ਰੀ ਸਿੱਖਾਂਗੇ, ਪਹਿਲੀ ਗੱਲ ਤਾਂ ਸਿੱਖਦਾ ਕੋਈ ਨਹੀਂ। ਜੀ ਤੇ ਪਿਤਾ ਜੀ ਵੀ ਕਿਹਾ ਕਰਦੇ ਸਨ, ਉਸਤਾਦ ਲੋਕ ਵੀ ਕਹਿੰਦੇ ਆ, ਜਿੰਨਾ ਮਰਜ਼ੀ ਕੋਈ ਦੁਨੀਆ ਦਾ ਕਵੀਸ਼ਰ ਬਣ ਜਾਵੇ, ਵਿਦਵਾਨਾਂ ਦੀ ਨਜ਼ਰ ਵਿੱਚ ਉਹ ਇੱਕ ਕਲਾਸ ਵਿੱਚ ਨਹੀਂ ਆ ਸਕਦਾ ਜੇ ਕਿਸੇ ਕੋਲ ਸਿੱਖਿਆ ਨਹੀਂ। ਸਿੱਖਿਆ ਨਹੀਂ ਤੇ ਬਿਲਕੁਲ ਸਹੀ। ਹੁਣ ਜੋਗੀ ਸਾਹਿਬ ਦੇ ਕੋਲੋਂ ਸ਼ਾਗਿਰਦ ਬੜੇ ਆ, ਖਵਾਉਂਦੇ ਬੜੇ ਆ, ਪੱਗਾਂ ਦਿੱਤੀਆਂ,
ਪਰ ਸਿੱਖਣ ਵਾਲੇ ਬਹੁਤ ਥੋੜੇ ਆ ਜਿਨ੍ਹਾਂ ਨੇ ਜੀ, ਸਿੱਖਿਆ, ਜੀ, ਜਿਨ੍ਹਾਂ ਨੇ ਸਿੱਖਿਆ ਰਹਿ ਕੇ। ਜਿਨ੍ਹਾਂ ਨੇ ਮਾਰਾਂ ਖਾਧੀਆਂ ਉਹ 5-7-10 ਬੰਦੇ ਹੋਣਗੇ ਜੀ ਜੀ ਤੇ ਜੀ, ਉਹਨਾਂ ਦੀ ਗੱਲ ਲੋਕਾਂ ਨਾਲੋਂ ਵੱਖਰੀ ਹੋਊਗੀ। ਬਿਲਕੁਲ ਠੀਕ ਹੈ ਮੈਂ ਅਕਾਲ ਪੁਰਖ ਕੋਲੋਂ ਡਰ ਕੇ ਇਹ ਗੱਲ ਕਹਿਣਾ, ਜੀ। ਭਾਵੇਂ ਕਈ ਵਾਰ ਸਾਡੀਆਂ ਸੰਸਥਾਵਾਂ, ਦੁੱਖ ਵਾਲੀ ਗੱਲ ਆ ਵੀ ਸਾਡਾ ਬਾਕੀ ਕਲਾਕਾਰਾਂ ਦਾ ਭਾਵੇਂ ਕੋਈ ਮੁੱਲ ਪੈਂਦਾ ਹੋਵੇ, ਧਾਰਮਿਕ ਬੰਦਿਆਂ ਦਾ ਸਿੱਖ ਸੰਸਥਾਵਾਂ ਨੇ ਮੁੱਲ ਪਾਇਆ। ਮੁੱਲ ਨਹੀਂ ਪਾਉਂਦੀਆਂ। ਠੀਕ ਆ, ਲੋਕਾਂ ਨੇ ਜ਼ਰੂਰ ਸਤਿਕਾਰ ਦਿੱਤਾ, ਜੀ ਜੀ, ਲੋਕਾਂ ਦੇ ਦਿਲਾਂ ਜ਼ਰੂਰ ਵਸੇ ਆ, ਪਰ ਉੱਚ ਸੰਸਥਾਵਾਂ ਸਿੱਖ ਪੰਥ ਦੀਆਂ ਟਕਸਾਲਾਂ, ਉਹਨਾਂ ਦਾ ਇਸ ਪ੍ਰਤੀ ਕੋਈ ਧਿਆਨ ਨਹੀਂ। ਬਿਲਕੁਲ ਬਿਲਕੁਲ ਜੀ। ਪਰ ਫਿਰ ਵੀ ਕਈ ਵਾਰ ਬੰਦੇ ਦੀ ਮਿਹਨਤ, ਉਹਦਾ ਕੰਮ ਏਡਾ ਵੱਡਾ ਹੁੰਦਾ, ਉਹ ਕੰਮ ਨੂੰ ਵੇਖ ਕੇ ਕਈ ਵਾਰ ਨਾ ਚਾਹੁੰਦਿਆਂ ਵੀ ਮਾਣ ਉਹ ਸੰਸਥਾਵਾਂ ਵੀ ਦਿੰਦੀਆਂ। ਲੇਕਿਨ ਮੈਨੂੰ ਜੋ ਮਾਣ, ਜੋ ਮੈਂ ਕਹਿਣਾ ਚਾਹੁੰਦਾ, ਜੋ ਮੈਨੂੰ ਮਾਣ ਮਿਲਿਆ, ਜੀ ਜੀ ਜੀ, ਜੋ ਮਾਣ ਸਤਿਕਾਰ ਮਿਲਣਾ ਚਾਹੀਦਾ ਢਾਡੀ ਕਵੀਸ਼ਰ ਹਾਂ। ਨੂੰ, ਉਹ ਸਾਡੇ ਸਿੱਖ ਪੰਥ ਵੱਲੋਂ, ਸਾਡੇ ਉੱਚ ਸੰਸਥਾਵਾਂ ਵੱਲੋਂ ਨਹੀਂ ਮਿਲ ਰਿਹਾ। ਇਹ ਤੁਹਾਡੀ ਜਾਇਜ਼, ਤੁਹਾਡੀ ਸ਼ਿਕਾਇਤ ਜਿਹੜੀ ਹੈ ਬਿਲਕੁਲ ਜਾਇਜ਼ ਹੈ। ਅੱਛਾ ਗੁਰਮੁਖ ਸਿੰਘ ਜਿੰਨਾ ਜੀ, ਕਿ ਮੈਨੂੰ ਮਾਣ ਮਿਲਿਆ ਉਹ ਮੈਂ ਗੱਲ ਕਹਿਣੀ ਚਾਹੁੰਦਾ ਸਾਂ ਜੀ 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 ਉਹ ਆ ਵੀ ਪਿੱਛੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਢਾਡੀ ਕਵੀਸ਼ਰ ਮੁਕਾਬਲੇ ਕਰਵਾਏ, ਜੀ 3 ਜ਼ੋਨ ਬਣਾ ਕੇ ਮਾਝਾ, ਮਾਲਵਾ, ਦੁਆਬਾ, ਜੀ, ਫਸਟ ਸੈਕੰਡ ਥਰਡ ਉਹਨਾਂ ਦੇ ਕੱਢ ਕੇ, ਜਿਹੜੇ ਉਹਨਾਂ ਚੋਂ ਆਏ 3, ਉਹ ਤਿੰਨਾਂ ਗਰੁੱਪਾਂ ਚੋਂ, ਮਾਝੇ, ਮਾਲਵੇ, ਦੁਆਬੇ ਚੋਂ, ਉਹਦਾ ਫਾਈਨਲ ਸੁਲਤਾਨਪੁਰ ਸਾਹਿਬ ਕਰਵਾਇਆ ਗਿਆ, ਸੁਲਤਾਨਪੁਰ ਲੋਧੀ ਸਾਹਿਬ, ਹਾਂ ਲੋਧੀ ਕਰਵਾਇਆ ਗਿਆ ਜੀ। ਉਹ ਇਹ ਮਾਣ ਆ ਵੀ ਮੈਨੂੰ ਉਹਦੇ ਵਿੱਚ ਜੱਜਮੈਂਟ ਵਾਸਤੇ ਉਹਨਾਂ ਨੇ ਇਹਨਾਂ 3 ਵਿੱਚ ਰੱਖਿਆ ਔਰ ਜੀ ਫਾਈਨਲ ਵਿੱਚ ਜੀ ਰੱਖਿਆ, ਜੀ ਜੀ, ਤੇ ਮੈਂ ਸਹੀ ਜੱਜਮੈਂਟ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਆਪਣੇ ਕਈ ਰੁੱਸ ਵੀ ਗਏ ਹੋਣਗੇ, ਕਈਆਂ ਨੇ ਮੇਰੀਆਂ ਸ਼ਿਕਾਇਤਾਂ ਵੀ ਲਾਈਆਂ ਵੀ ਇਹ ਜੀ। ਸ਼ਾਇਦ ਪਾਰਸ਼ੈਲਿਟੀ ਕਰ ਗਿਆ, ਅੱਛਾ। ਪਰ ਮੈਂ ਜੋ ਕੁਝ ਵੇਖਿਆ, ਜੋ ਸਹੀ ਚੀਜ਼ ਆ, ਮੈਂ ਤੇ ਇੱਕੋ ਆਖਾਂ ਵੀ ਆਹ ਗੁਰੂ ਗ੍ਰੰਥ ਸਾਹਿਬ ਆ, ਮੈਂ ਇਹ ਤੋਂ ਡਰ ਕੇ ਜੋ ਸਹੀ ਫੈਸਲਾ ਉਹ ਮੈਂ ਕਰੂੰਗਾ। ਉਹ ਕਰੂੰਗਾ। ਅੱਛਾ, ਉਹ ਹੋਇਆ ਜੀ ਦੂਜਾ ਵੱਡਾ ਮਾਣ ਜੋ ਮੈਨੂੰ ਮਿਲਿਆ, ਜੋ ਢਾਡੀ ਕਵੀਸ਼ਰ ਕਾਲਜ ਗੁਰੂ ਕੀ ਵਡਾਲੀ ਜੀ, ਸ਼ੁਰੂ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਿਹੜਾ ਢਾਡੀਆਂ ਕਵੀਸ਼ਰਾਂ ਦਾ ਸਿਲੇਬਸ ਤਿਆਰ ਕਰਨਾ, ਜਿਹੜਾ ਜੀ, ਉਹ ਸਿਲੇਬਸ ਤਿਆਰ ਕਰਨ ਵਾਲੀ ਕਮੇਟੀ ਦਾ ਇੱਕ ਮੈਂਬਰ ਦਾਸ ਨੂੰ ਲਿਆ। ਜੀ, ਤੇ ਇਹ ਮੈਂ ਸਮਝਦਾ ਜੋਗੀ ਸਾਹਿਬ ਦੀ ਕਮਾਈ ਆ, ਉਹਦੀ ਦੇਣ ਆ, ਇਹ ਮਾਣ ਮੈਨੂੰ ਮਿਲਿਆ। ਦੂਜਾ, ਢਾਡੀ ਕਵੀਸ਼ਰੀ ਕੀ ਆ, ਇਹ ਕਿਵੇਂ ਸ਼ੁਰੂ ਹੋਈ, ਜੀ, ਇਹਦੇ ਗੁਣ ਉਗਣ ਕੀ ਆ, ਇਹ ਸਾਰਾ ਕੁਝ, ਔਰ ਕਵੀਸ਼ਰੀ ਦਾ ਛੰਦਾਂ ਦਾ ਇਤਿਹਾਸ, ਸਿਲੇਬਸ ਜਿਹੜਾ ਉਹ ਕੱਲੇ ਦਾਸ ਨੇ ਕਵੀਸ਼ਰੀ ਦਾ ਕੀਤਾ। ਫਿਰ ਕਵੀਸ਼ਰਾਂ ਦੇ ਜੀਵਨ, ਜੀ, ਪੁਰਾਤਨ ਕਵੀਸ਼ਰ, ਉਹਨਾਂ ਦਾ ਜੀਵਨ, ਉਹਨਾਂ ਦੀਆਂ ਰਚਨਾਵਾਂ, ਖਾਸ 12-13 ਕਵੀਸ਼ਰ, ਹਾਲਾਂਕਿ ਮੇਰਾ ਵਿਸ਼ਾ ਨਹੀਂ ਢਾਡੀ, ਜੀ, ਤੁਸੀਂ ਹੈਰਾਨ ਹੋਵੋਗੇ 10-12 ਢਾਡੀਆਂ ਦਾ ਜੀਵਨ ਵੀ ਮੈਂ ਲਿਖ ਕੇ, ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੀਆਂ ਵੰਨਗੀਆਂ, ਉਹ ਸਿਲੇਬਸ ਵਿੱਚ ਕਿਤਾਬ ਲੱਗੀ ਆ ਢਾਡੀ ਕਵੀਸ਼ਰ ਕਾਲਜ ਵਿੱਚ। ਜੀ, ਜੀ, ਤੇ ਉਹਦਾ ਜਦੋਂ ਐਗਜ਼ਾਮ ਹੁੰਦੇ, ਜਿਵੇਂ ਬਾਕੀ ਕਾਲਜਾਂ ਦੇ ਐਗਜ਼ਾਮ ਹੁੰਦੇ ਆ, ਉਹ ਜਿਹੜਾ ਪੇਪਰ ਸੈੱਟ ਕਰਨਾ, ਉਹ ਵੀ ਦਾਸ ਨੂੰ ਇਹ ਮਾਣ ਬਹੁਤ ਸੈੱਟ ਵੱਡੀ ਕਰਦਾ, ਪ੍ਰਾਪਤੀ ਹੈ ਜੀ। ਉਹ ਕਵੀਸ਼ਰ ਉਹਨੂੰ ਚੈੱਕ ਕਰਨਾ ਪੇਪਰਾਂ ਨੂੰ, ਇਹ ਵੀ ਮਾਣ ਸ਼੍ਰੋਮਣੀ ਕਵੀਸ਼ਰ ਕਮੇਟੀ ਵੱਲੋਂ ਮੈਨੂੰ ਦਿੱਤਾ ਗਿਆ। ਭਾਵੇਂ ਪੈਸੇ ਪੱਖੋਂ ਜਾਂ ਦੂਜਾ ਤੀਜਾ ਉਹ ਕੋਈ ਨਹੀਂ, ਪਰ ਇਹ ਮਾਣ ਮੈਂ ਸਮਝਦਾ ਮੇਰੇ ਵਾਸਤੇ ਵੱਡਾ ਮਾਣ ਹੈ। ਇਹ ਮਾਣ ਤੁਹਾਡੀ ਜਿਹੜੀ ਘਾਲਣਾ ਜੀ, ਉਹਦੇ ਸਾਹਮਣੇ ਕੋਈ ਏਡੀ ਖਾਸ ਗੱਲ ਨਹੀਂ ਹੈਗੀ। ਤੁਸੀਂ ਸਾਰਾ ਜੀਵਨ ਜਿਹੜਾ ਉਹ ਕਵੀਸ਼ਰੀ ਨੂੰ ਸਮਰਪਿਤ ਕੀਤਾ ਹੋਇਆ। ਇਸ ਤੋਂ ਪਹਿਲਾਂ ਕਿ ਆਪਾਂ ਸਮਾਪਤੀ ਕਰੀਏ, ਸਾਡੇ ਨਾਲ ਨੇ ਰਣਜੀਤ ਸਿੰਘ ਜੀ ਚੀਮਾ, ਆਪਾਂ ਇਹਨਾਂ ਨਾਲ ਵੀ ਥੋੜੀ ਜਿਹੀ ਇੰਟਰੋਡਕਸ਼ਨ ਜ਼ਰੂਰ ਕਰਨੀ ਚਾਹਾਂਗੇ। ਚੀਮਾ ਸਾਹਿਬ, ਤੁਸੀਂ ਦੱਸੋ, ਤੁਹਾਨੂੰ ਜਿਹੜਾ ਗਾਇਕੀ ਦਾ ਜਾਂ ਕਵੀਸ਼ਰੀ ਦਾ ਬਚਪਨ ਤੋਂ ਸ਼ੌਕ ਸੀਗਾ? ਹਾਂਜੀ, ਬਚਪਨ ਦੇ ਵਿੱਚ ਹੀ ਭਾਜੀ ਗੁਰਮੁਖ ਸਿੰਘ ਹੋਣਾ ਨੂੰ ਸੁਣਦੇ ਰਹੇ ਆ ਜੀ। ਹਾਂਜੀ, ਤੇ ਸ਼ੌਂਕ ਪੈਦਾ ਹੋਇਆ ਇਹਨਾਂ ਨੂੰ ਸੁਣ ਕੇ ਸ਼ੌਂਕ ਪੈਦਾ। ਹਾਂਜੀ, ਇਸ ਪਾਸੇ ਸ਼ੌਂਕ ਪੈਦਾ ਹੋਇਆ। ਫਿਰ ਲੋਕਲ ਜਥੇ ਦੇ ਨਾਲ ਮੈਂ ਥੋੜਾ ਸਮਾਂ ਪਹਿਲਾਂ, ਅੱਛਾ, ਸਾਡੇ ਨਗਰ ਦੇ ਸੁਖਜਿੰਦਰ ਸਿੰਘ ਨਿਹੰਗ ਸਿੰਘ ਸੀ, ਅੱਛਾ ਅੱਛਾ, ਉਹਨਾਂ ਦੇ ਨਾਲ ਥੋੜਾ ਸਮਾਂ 2-3 ਸਾਲ ਲਾਏ। ਜੀ। ਤੇ ਫਿਰ ਉਹਦੇ ਦੌਰਾਨ ਹੀ ਆਪਾਂ ਪਿਤਾ ਜੀ ਜੋਗੀ ਸਾਹਿਬ ਕੋਲ ਬਾਬਾ ਬਕਾਲਾ ਸਾਹਿਬ ਜਾਂਦੇ ਰਹੇ ਜੀ। ਉਹਨਾਂ ਨੂੰ ਕਵਿਤਾਵਾਂ ਉੱਥੇ ਘਰ ਸੁਣਾਉਣੀਆਂ ਜਾ ਕੇ ਜੀ। ਤੇ ਜਦੋਂ ਟਾਈਮ ਮਿਲਣਾ ਅਸੀਂ ਉੱਥੇ ਉਹਨਾਂ ਕੋਲੇ ਚਲੇ ਜਾਣਾ। ਹਰਦੀਪ ਸਿੰਘ ਚੀਮਾ ਜੀ ਜੀ, ਸੁਲੱਖਣ ਸਿੰਘ ਰਿਆੜ ਦੇ ਨਾਲ ਮੂਰੇ ਬੋਲਦਾ ਸੀ, ਉਹ ਵੀ ਮੇਰੇ ਨਗਰ ਤੋਂ ਗਵਾਂਢੀ ਵੀਰ। ਜੀ ਜੀ, ਤੇ ਉਹ ਅੱਗੇ ਮੂਰੇ ਸੀ, ਮੈਂ ਪਿੱਛੇ, ਜੀ ਤੇ ਨਿਹੰਗ ਸੋਂ ਅਸੀਂ ਇੱਕੇ ਨਗਰ ਦੇ ਸੀ। ਤੇ ਫਿਰ ਤਿੰਨਾਂ ਨੇ ਜਦੋਂ ਸਮਾਂ ਮਿਲਣਾ ਜੋਗੀ ਸਾਹਿਬ ਕੋਲੇ ਚਲੇ ਜਾਣਾ, ਉੱਥੇ ਬਾਬਾ ਬਕਾਲਾ ਸਾਹਿਬ ਜਾ ਕੇ ਉਹਨਾਂ ਨੂੰ ਸੁਣਾਉਣੀ, ਕਵਿਤਾ ਸੁਣਾਉਣੀ ਆ। ਉਸਤਾਦ ਉਦੋਂ ਧਾਰਨ ਕਰ ਲਿਆ ਸੀਗਾ ਉਹਨਾਂ ਨੂੰ। ਵਾਹ ਜੀ। ਤੇ ਫਿਰ ਉਹ ਤੋਂ ਬਾਅਦ ਪ੍ਰਤਾਪ ਸਿੰਘ ਹਾੜ ਇੱਥੇ, ਉਹ ਵੀ ਲੋਕਲ ਹੀ 2-3 ਸਾਲ ਉਹਨਾਂ ਨਾਲ ਲਾ ਲਏ।
ਠੀਕ ਹੈ। ਤੇ ਫਿਰ ਸਵੱਬ 2007 ਦੇ ਵਿੱਚ ਸਵੱਬ ਬਣ ਗਿਆ ਭਾਜੀ ਉਹਨਾਂ ਨਾਲ ਸੇਵਾ ਕਰਨ ਦਾ। 2007 ਤੋਂ ਤੁਸੀਂ ਜੋਗਾ ਸਿੰਘ ਜੋਗੀ ਜੀ ਦੇ ਜੱਥੇ ਦੇ ਵਿੱਚ ਹੋ। ਔਰ ਇਸ ਵੇਲੇ ਤੁਹਾਡੇ ਜੱਥੇ ਦੇ ਵਿੱਚ ਗੁਰਮੁਖ ਸਿੰਘ ਜੀ ਐਮਏ, ਰਣਜੀਤ ਸਿੰਘ ਚੀਮਾ, ਆਗੂ ਮੁੰਡਾ ਦਲਜੀਤ ਸਿੰਘ ਸੇਖਵਾ, ਦਲਜੀਤ ਸਿੰਘ ਜੋੜੀ ਚ ਨਰਿੰਦਰ ਸਿੰਘ ਰੂਪਵਾਲੀ ਤੇ ਜੋੜੀ ਚ ਨਰਿੰਦਰ ਸਿੰਘ ਰੂਪਵਾਲੀ। ਅੱਛਾ, ਇਹਨੇ ਤੁਹਾਡਾ ਇਹ ਜੋਗਾ ਸਿੰਘ ਜੋਗੀ ਜੀ ਦਾ ਜਿਹੜਾ ਜੱਥਾ ਜੀ, ਇਹਦੇ ਵਿੱਚ ਇਹਨਾਂ ਦੀ ਕਮਾਂਡ ਜਿਹੜੀ ਅੱਜ ਕੱਲ ਗੁਰਮੁਖ ਸਿੰਘ ਹੋਣਾ ਕੋਲ ਆ, ਔਰ ਇਹਨਾਂ ਦਾ ਜੱਥਾ ਵਾ ਜੀ। ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੀਰੇ ਕੌਮ ਦੇ, ਉਹਦੇ ਵਿੱਚ ਤੁਹਾਨੂੰ ਗੁਰਮੁਖ ਸਿੰਘ ਐਮਏ ਔਰ ਰਣਜੀਤ ਸਿੰਘ ਜੀ ਨੂੰ ਮਿਲ ਕੇ ਬੇਹੱਦ ਖੁਸ਼ੀ ਹੋਈ ਹੋਵੇਗੀ। ਬੜੀਆਂ ਜਿਹੜੀਆਂ ਜੋਗੀ ਸਾਹਿਬ ਬਾਰੇ ਗੱਲਾਂ ਜਾਣਨ ਦਾ ਤੁਹਾਨੂੰ ਮੌਕਾ ਮਿਲਿਆ ਹੋਵੇਗਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਜੋਗੀ ਸਾਹਿਬ ਦੀ ਨਾਲ ਪਲੈਨਿੰਗ ਕਰਦੇ ਰਹਿ ਗਏ ਕਿ ਜੋਗੀ ਸਾਹਿਬ ਤੇ ਇੱਕ ਆਪਾਂ ਡਾਕੂਮੈਂਟਰੀ ਬਣਾਉਣੀ ਹੈ, ਲੇਕਿਨ ਉਹ ਬਣਾਉਣ ਤੋਂ ਪਹਿਲਾਂ ਹੀ ਜੋਗੀ ਸਾਹਿਬ ਸਾਡੇ ਤੋਂ ਰੁਖਸਤ ਹੋ ਗਏ। ਇਹ ਮੇਰੀ ਸਭ ਤੋਂ ਵੱਡੀ ਬਦਕਿਸਮਤੀ ਹੈ। ਲੇਕਿਨ ਅੱਜ ਉਹਨਾਂ ਦਾ ਜਿਹੜਾ ਜੱਥਾ ਹੈ ਉਹਦੇ ਵਾਰਸ ਉਹ ਸਾਡੇ ਨਾਲ ਨੇ ਤੇ ਉਹ ਅੱਜ ਦਾ ਐਪੀਸੋਡ ਅਸੀਂ ਤੁਹਾਡੇ ਚਰਨਾਂ 'ਚ ਪੇਂਟ ਕਰ ਰਹੇ ਹਾਂ। ਸੋ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਫਤਿਹ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।